ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ BC ਦੇ ਵਿੱਚ ਜਿੱਥੇ ਅਸੀਂ ਕਰੋਨਾ ਵਾਇਰਸ ਨਾਂ ਦੀ ਮਹਾਮਾਰੀ ਦੇ ਨਾਲ ਜੂਝ ਰਹੇ ਹੈਗੇ ਹਾਂ, ਕੇਸ ਵੱਧ ਰਹੇ ਨੇ, ਉੱਥੇ ਹੀ ਇੱਕ ਹੋਰ ਕੰਸਰਨ ਜਿਹੜਾ ਪੈਦਾ ਹੁੰਦਾ ਉਹ ਡਰੱਗਸ ਨੂੰ ਲੈ ਕੇ ਆ, ਓਵਰਡੋਜ਼ ਨੂੰ ਲੈ ਕੇ ਆ। ਓਵਰਡੋਜ਼ ਦੀਆਂ ਨਾਲ ਮੌਤਾਂ ਜਿਹੜੀਆਂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਕਿਉਂਕਿ ਜੇ ਪਿਛਲੇ 3 ਮਹੀਨਿਆਂ ਦਾ ਅਸੀਂ ਡੇਟਾ ਦੇਖਦੇ ਹਾਂ ਤਾਂ ਉਹਦੇ ਵਿੱਚ 170 ਤੋਂ ਵੱਧ ਮੌਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਹੋਰ ਵੀ ਕੰਸਰਨ ਹੈਗੇ ਨੇ ਕਿ ਕੁਝ ਹੋਰ ਕਰੋਨਾ ਵਾਇਰਸ ਨੂੰ ਲੈ ਕੇ ਕੀ ਅਨਾਊਂਸਮੈਂਟਸ ਹੋਈਆਂ ਨੇ। ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ MLA ਜਿਨੀ ਸਿਮਸ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਿਨੀ, ਵੈਲਕਮ। ਥੈਂਕ ਯੂ। ਬਿਲਕੁਲ, ਤੇ ਜਿਵੇਂ ਤੁਸੀਂ ਹਰ ਵਾਰ ਆਉਂਦੇ ਹੈਗੇ ਇਨਫੋਰਮੇਸ਼ਨ ਦਿੰਦੇ ਆ ਕਿ BC ਦੇ ਵਿੱਚ ਕੀ ਕੁਝ ਹੋ ਰਿਹਾ, ਉਹਦੇ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਥੈਂਕ ਯੂ। ਪਰ ਨਾਲ ਇੱਕ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੰਸਰਨ ਜਿਹੜੇ ਨੇ ਉਹ ਸਾਡੇ ਵੱਧ ਗਏ ਨੇ। ਇੱਕ ਜਿਹੜੀ ਅੱਜ ਹੀ ਅਨਾਊਂਸਮੈਂਟ ਆਈ ਹੈਗੀ ਹੈ ਓਵਰਡੋਜ਼ ਨੂੰ ਲੈ ਕੇ। ਓਵਰਡੋਜ਼ ਦੇ ਨਾਲ ਮੌਤਾਂ ਇੰਨੀਆਂ ਹੋ ਰਹੀਆਂ ਨੇ ਜਿੰਨੀਆਂ ਕਰੋਨਾ ਦੇ ਨਾਲ ਵੀ ਨਹੀਂ ਹੋ ਰਹੀਆਂ ਇੰਨੀਆਂ। ਜੇ ਅਸੀਂ ਸੁਸਾਈਡ ਦੀ ਗੱਲ ਕਰ ਲਈਏ ਜਾਂ ਅਸੀਂ ਗਨ ਗੈਂਗ ਵਾਇਲੈਂਸ ਦੀ ਗੱਲ ਕਰ ਲਈਏ, ਪਰ ਹੁਣ ਸਭ ਤੋਂ ਵੱਡਾ ਕ੍ਰਾਈਸਿਸ ਮੈਨੂੰ ਲੱਗਦਾ ਕਰੋਨਾ ਤੋਂ ਵੀ ਜ਼ਿਆਦਾ ਡਰੱਗ ਓਵਰਡੋਜ਼ ਦਾ ਹੈਗਾ। ਤੁਹਾਡਾ ਕੀ ਕਹਿਣਾ ਇਹਦੇ ਤੇ ਸਰਕਾਰ ਕੀ ਕਰ ਰਹੀ ਹੈ? ਇਸ ਵਕਤ ਸਾਡੇ ਸੂਬੇ ਦੇ ਵਿੱਚ 2 ਪੈਂਡੈਮਿਕਸ ਚੱਲ ਰਹੀਆਂ ਆ। ਦੋਨੋਂ ਹੀ ਹੈਲਥ ਪੈਂਡੈਮਿਕਸ ਹੈਗੀਆਂ ਆ। ਇੱਕ ਹੈਗੀ ਆ ਓਵਰਡੋਜ਼ ਤੇ ਦੂਸਰੀ ਹੈਗੀ ਆ ਆਪਣੀ COVID-19। ਦੋਨੋਂ ਹੀ ਬਹੁਤ ਖਤਰਨਾਕ ਹੈਗੀਆਂ ਆ। ਦੇਖੋ, ਜਿਹੜੀ ਓਵਰਡੋਜ਼ ਸਿਚੁਏਸ਼ਨ ਹੈਗਾ, ਇਹ ਜਦੋਂ ਸਾਡੀ ਸਰਕਾਰ ਬਣੀ ਸੀ ਇੰਨਾ ਭੈੜਾ ਸੀਗਾ ਤੇ ਉਸ ਵਕਤ ਅਸੀਂ ਸਪੈਸ਼ਲ ਮਿਨਿਸਟਰੀ ਬਣਾਈ ਸੀਗੀ ਤੇ ਮਿਨਿਸਟਰ ਡਾਸੀ ਬਹੁਤ ਕੁਛ ਕਰ ਰਹੀ ਹੈ। ਇੱਥੇ ਆਪਣੇ ਸਰੀ ਵਿੱਚ ਵੀ ਬਹੁਤ ਕੁਛ ਸਰਵਿਸਿਜ਼ ਤੇ ਸਪੋਰਟ ਸਿਸਟਮਸ ਖੋਲ੍ਹੀਆਂ ਆ ਜੀ। ਪਰ ਉਹ ਨੰਬਰ ਜਿਹੜੇ ਸੀਗੇ ਸੁਸਾਈਡ ਦੇ, ਡੈਥ ਰੇਟ ਦੇ ਥਰੂ ਓਪੀਓਇਡ ਕ੍ਰਾਈਸਿਸ, ਉਹ ਥੋੜ੍ਹੇ ਥੱਲੇ ਆਉਣ ਲੱਗ ਪਏ ਸੀਗੇ। 2019 ਦੇ ਵਿੱਚ ਥੱਲੇ ਆਉਣ ਲੱਗ ਪਏ ਸੀਗੇ। ਪਰ ਜਦ ਤੱਕ ਕੋਵਿਡ ਆਇਆ ਆ, ਉਹਦੇ ਨਾਲ ਇੱਕ ਤਾਂ ਲੋਕਾਂ ਦੇ ਉੱਪਰ ਮੈਂਟਲ ਸਟ੍ਰੈਸ ਜ਼ਿਆਦਾ ਹੋ ਗਿਆ। ਆਪਾਂ ਸਾਰਿਆਂ ਨੂੰ ਪਤਾ ਉਹ ਜਿਹੜਾ ਪ੍ਰੈਸ਼ਰ ਹੁੰਦਾ ਆ, ਜਿਹੜਾ ਬੰਦੇ ਨੂੰ ਪਹਿਲਾਂ ਹੀ ਓਪੀਓਇਡ ਦੀ ਐਡਿਕਸ਼ਨ ਹੋਵੇ, ਉਹ ਜ਼ਿਆਦਾ ਐਕਸੈਂਚੁਏਟ ਹੋ ਜਾਂਦਾ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਜਿਹੜੀ ਡਰੱਗ ਸਪਲਾਈ ਚੇਨ ਆ ਨਾ, ਉਹ ਕੋਵਿਡ ਕਰਕੇ, ਪਾਬੰਦੀਆਂ ਕਰਕੇ, ਲੋਕਡਾਊਨ ਕਰਕੇ ਉਹ ਡਿਸਰਪਟ ਹੋ ਗਈ ਆ। ਜਦੋਂ ਉਹ ਡਿਸਰਪਟ ਹੋ ਜਾਵੇ ਫਿਰ ਨਵੀਂ ਐਲੀਮੈਂਟ ਵਿੱਚ ਆ ਜਾਂਦੀ ਆ। ਤੇ ਹੁਣ ਜਿਸ ਤਰ੍ਹਾਂ ਕੋਰੋਨਰਸ ਆਫਿਸ ਵੀ ਕਹਿੰਦੇ ਆ ਤੇ ਡਾਕਟਰ ਬੋਨੀ ਹੈਨਰੀ ਨੇ ਵੀ ਕਿਹਾ ਆ ਵੀ ਜਿਹੜੀ ਡਰੱਗ ਸਪਲਾਈ ਚੇਨ ਆ, ਇਟਸ ਟੇਂਟਡ। ਇਹਦਾ ਮਤਲਬ ਆ ਵੀ ਉਹ ਜਿਹੜੇ ਡਰੱਗਸ ਹੈਗੇ ਆ ਉਹਨਾਂ ਦੇ ਵਿੱਚ ਮਿਲਾਵਟ ਪਾਈ ਗਈ ਆ ਜਿਹੜੀ ਬਹੁਤ ਹੀ ਖਤਰਨਾਕ ਹੈਗੀ ਆ। ਤੋ ਇਸ ਕਰਕੇ ਬਹੁਤ ਹੀ ਕੰਮ ਕਰਨ ਵਾਲਾ ਹੈ ਇਸ 'ਤੇ। ਜਿਹੜੀ ਫਾਊਂਡਰੀ ਸਿਸਟਮ ਅਸੀਂ ਪਹਿਲਾਂ ਕੰਜ਼ਰਵੇਟਿਵ ਨੇ ਬਣਾਈ ਸੀਗੀ, ਪਰ ਅਸੀਂ ਉਹਨੂੰ ਕਾਫੀ ਐਕਸੈਲਰੇਟ ਕੀਤਾ। ਇੱਥੇ ਸਰੀ ਦੇ ਵਿੱਚ ਵੀ ਆਪਾਂ ਖੋਲ੍ਹੀ ਆ। ਉੱਥੇ ਔਨਲਾਈਨ ਵੀ ਬਹੁਤ ਸਰਵਿਸਿਜ਼ ਹੈਗੀਆਂ ਆ। ਤੁਸੀਂ ਰੋਸ਼ਨੀ ਕਲੀਨਿਕ ਵਿੱਚ ਵੀ ਜਾ ਸਕਦੇ ਆ, ਆਪਣੇ ਡਾਕਟਰ ਕੋਲ ਵੀ ਜਾ ਸਕਦੇ ਆ। 24/7 ਫੋਨ ਲਾਈਨਸ ਵੀ ਹੈਗੀਆਂ ਆ। ਪਰ ਸਭ ਤੋਂ ਜ਼ਿਆਦਾ ਹੈਗੇ ਆ ਵੀ ਜਿਹੜੀਆਂ ਮੌਤਾਂ ਹੁੰਦੀਆਂ ਆ ਯੂਜਲੀ ਉਦੋਂ ਹੁੰਦੀਆਂ ਜਦੋਂ ਸਮਵਨ ਇਕੱਲੇ ਬੈਠ ਕੇ ਕਮਰੇ 'ਚ ਲੁੱਕ ਕੇ ਜਾਂ ਕਿਤੇ ਓਵਰਡੋਸ ਵੀ ਇਹ ਡਰੱਗ ਲੈਣ ਤੇ ਕਰਕੇ ਉਦੋਂ ਕੋਈ ਆਲੇ ਦੁਆਲੇ ਨਹੀਂ ਹੁੰਦਾ ਹੈਲਪ ਦੇਣ ਲਈ। ਸੋ ਜਿਹੜੀ ਆਪਣੇ ਸਟਰੀਟ ਵਿੱਚ ਰਹਿੰਦੇ ਸੀਗੇ, ਪੀਪਲ ਹੂ ਵਰ ਲਿਵਿੰਗ ਔਨ ਦ ਸਟਰੀਟਸ, ਬਹੁਤ ਕੋਸ਼ਿਸ਼ ਕੀਤੀ ਗਈ ਆ ਵੀ ਉਹਨਾਂ ਨੂੰ ਉੱਥੋਂ ਚੁੱਕ ਕੇ ਹਾਊਸਿੰਗ ਦਿੱਤੀ ਜਾਵੇ, ਉੱਥੇ ਨਾਲ ਉਹਨਾਂ ਨੂੰ ਬਾਕੀ ਸਾਰੀਆਂ ਸਰਵਿਸਿਜ਼ ਵੀ ਮਿਲਦੀਆਂ ਆ। ਪਰ ਇਹ ਜਿਹੜਾ ਖਤਰਾ ਇਸ ਵਕਤ ਹੈਗਾ ਆ, ਗਾਂ ਵਧਣ ਦਾ ਵੀ ਡਰ ਹੈਗਾ ਆ, ਕਿਉਂਕਿ ਜਿਸ ਤਰ੍ਹਾਂ ਲੋਕਾਂ ਦੀ ਮਾਨਸਿਕ ਪ੍ਰੈਸ਼ਰ ਵੱਧ ਜਾਂਦੇ ਆ, ਫਿਰ ਉਹ ਲੋਕ ਕੋਈ ਨਾ ਕੋਈ ਹੱਲ ਟੋਲਣ ਲੱਗ ਪੈਂਦੇ ਆ। ਆ ਜਿਹੜੀ ਟੇਂਟਡ ਡਰੱਗ ਸਪਲਾਈ ਚੇਨ ਆ, ਉਹਦਾ ਵੀ ਬਹੁਤ ਵੱਡਾ ਖਤਰਾ ਹੈਗਾ ਆ। ਇਸ ਕਰਕੇ ਬਾਜੇ ਵੇਲੇ ਸਪੈਸ਼ਲੀ ਸਾਡੇ ਸਮਾਜ ਵਿੱਚ ਅਸੀਂ ਉਂਗਲ ਉਠਾਉਣ ਲੱਗ ਪੈਂਦਾ ਆ ਵੀ ਉਹਨਾਂ ਦਾ ਬੱਚਾ ਆਹ ਕਰਦਾ, ਉਹਨਾਂ ਦਾ ਬੱਚਾ ਆਹ ਕਰਦਾ ਆ। ਇਹ ਉਂਗਲੀ ਉਠਾਉਣ ਵਾਲਾ ਵਕਤ ਹੈ ਨਹੀਂ। ਇਹ ਆਓ ਆਪਾਂ ਸਾਰੇ ਰਲ ਮਿਲ ਕੇ, ਹਰੇਕ ਬੱਚਾ ਆਪਣਾ ਹੀ ਬੱਚਾ ਆ, ਇਹਦਾ ਸਾਹਮਣਾ ਕਰੀਏ। ਜੇ ਅਸੀਂ ਕੁਛ ਗਲਤ ਦੇਖਦੇ ਹਾਂ ਰਿਪੋਰਟ ਕਰੀਏ, ਕਿਉਂਕਿ ਇਹਨੂੰ ਵੀ ਹੈਲਥ ਕੇਅਰ ਹੀ ਸਮਝੀਏ। ਜਿਸ ਤਰ੍ਹਾਂ ਆਪਾਂ ਪਰਹੇਜ਼ ਕਰੀਦਾ, ਇੱਕ ਦੂਸਰੇ ਦਾ ਧਿਆਨ ਰੱਖੀਦਾ, ਫੋਨ ਕਰੀਦਾ, ਤੁਹਾਡੇ ਕੋਲ ਖਾਣਾ ਹੈਗਾ, ਤੁਸੀਂ ਬਾਹਰ ਨਾ ਜਾਵੋ, ਮਾਸਕ ਪਹਿਨੋ, ਜਿੱਦਾਂ ਆਪਾਂ ਇਹ ਸਾਰੇ ਪਰਹੇਜ਼ ਕਰੀਦੇ ਆ ਕੋਵਿਡ ਲਈ, ਆਪਾਂ ਨੂੰ ਉਸ ਤਰੀਕੇ ਦੇ ਨਾਲ ਹੀ ਧਿਆਨ ਰੱਖਣਾ ਪੈਣਾ। ਜਿਹੜੇ ਸਾਡੇ ਵਲਨਰੇਬਲ ਹੈਗੇ ਆ, ਬੇਸ਼ੱਕ ਦੀ ਸਾਡੇ ਘਰਾਂ ਦੇ ਵਿੱਚ ਹੋਵੇ, ਬੇਸ਼ੱਕ ਦੀ ਸਾਡੇ ਫਰੈਂਡਸ ਦੇ ਘਰਾਂ ਦੇ ਵਿੱਚ ਹੋਵੇ, ਬੇਸ਼ੱਕ ਦੀ ਕਮਿਊਨਿਟੀ ਦੇ ਵਿੱਚ ਹੋਵੇ। ਸੋ ਸਾਰਿਆਂ ਦੇ ਮੋਰੇ ਬੇਨਤੀ ਹੈਗੀ ਆ ਵੀ ਇਹ ਕ੍ਰਾਈਸਿਸ ਹੈਲਥ ਕੇਅਰ ਕ੍ਰਾਈਸਿਸ ਹੈਗੀ ਆ। ਇੱਥੇ ਜੱਜਮੈਂਟ ਕਰਨ ਦੀ ਲੋੜ ਨਹੀਂ, ਨਾ ਹੀ ਜਦੋਂ ਤੁਸੀਂ ਕਿਸੇ ਕਲੀਨਿਕ 'ਤੇ ਜਾਓਗੇ ਜਾਂ ਔਨਲਾਈਨ ਹੈਲਪ ਲਓਗੇ ਤੁਹਾਨੂੰ ਕੋਈ ਜੱਜ ਕਰੂਗਾ। ਪਲੀਜ਼, ਜੇ ਤੁਹਾਨੂੰ ਪਤਾ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਆਂਢ ਗੁਆਂਢ ਵਿੱਚ ਕਿਸੇ ਨੂੰ ਲੋੜ ਹੈਗੀ ਆ ਮਦਦ ਦੀ,
you can contact the authorities. ਜਿਵੇਂ ਡਾਕਟਰ ਬੋਨੀ ਹੈਨਰੀ ਨੇ ਵੀ ਕਿਹਾ ਹੈਗਾ ਹੈ ਕਿ ਉਹ ਸਾਡਾ ਹੀ ਪਰਿਵਾਰ ਹੈ, ਦੇ ਆਰ ਆਰ ਫੈਮਿਲੀ, ਦੇ ਆਰ ਆਰ ਨੇਬਰਸ, ਸਾਡੇ ਨੇਬਰ ਹੈਗੇ ਨੇ, ਤੁਹਾਨੂੰ ਕਾਲ ਕਰਨੀ ਚਾਹੀਦੀ ਨੇ। ਪਰ ਜਿਵੇਂ ਬਾਰਡਰਸ ਦੇ ਉੱਤੇ, ਜਿਵੇਂ ਹੁਣ ਜਿਹੜਾ ਨਸ਼ਾ ਹੈ ਉਹ ਬਾਰਡਰਸ ਤੋਂ ਆਉਂਦਾ ਹੈਗਾ ਆ, ਸੋ ਬਾਰਡਰਸ ਦੇ ਉੱਤੇ ਨਸ਼ਾ ਨੂੰ ਰੋਕਣ ਦੇ ਲਈ ਜਾਂ ਪੁਲਿਸ ਨੂੰ, RCMP ਨੂੰ, ਉਹਨਾਂ ਨੂੰ ਕੁਝ ਨਿਰਦੇਸ਼ ਦਿੱਤੇ ਗਏ ਆ ਜਾਂ ਉਹਨਾਂ ਨੂੰ ਕੁਝ ਕਿਹਾ ਗਿਆ ਕਿ ਤੁਸੀਂ ਇਹਦੇ ਲਈ ਕੋਈ ਕਦਮ ਉਠਾਉਣਾ ਹੈਗਾ ਜਾਂ ਉਹਦੇ ਲਈ ਕੋਈ ਸਟੈਪ ਫਾਰਵਰਡ ਕਰਨਾ ਹੈ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜਾ ਨਸ਼ਾ ਅੱਗੇ ਥੋੜਾ ਖੁੱਲ੍ਹ 'ਚ ਆ ਜਾਂਦਾ ਸੀਗਾ, ਹੁਣ ਉਹਦੇ ਤੇ ਪਾਬੰਦੀਆਂ ਲੱਗੀਆਂ ਆ। ਇਸ ਕਰਕੇ ਉਹ ਜਿਹੜੀ ਸਪਲਾਈ ਚੇਨ ਆ ਕਰਕੇ ਜਿਹੜਾ ਕੋਵਿਡ ਵਾਇਰਸ ਹੈ ਹਰੇਕ ਮੁਲਕ ਵਿੱਚ ਹੈਗਾ ਆ। ਆਪਾਂ ਨੂੰ ਨਹੀਂ ਪਤਾ ਕਿੱਥੋਂ ਕਿੱਥੋਂ ਇਹ ਡਰੱਗਸ ਆਉਂਦੇ ਸੀਗੇ। ਸੋ ਜਦੋਂ ਪਾਬੰਦੀਆਂ ਲੱਗ ਜਾਣ ਦੈਨ ਜਿਹੜੇ ਇੱਥੇ ਬੈਠੇ ਆ, ਜਿਹੜੇ ਆਲੇ ਦੁਆਲੇ ਆ, ਉਹ ਵਿੱਚ ਮਿਲਾਵਟ ਪਾਉਣ ਲੱਗ ਪੈਂਦੇ ਜਾਂ ਆਪ ਇੱਥੇ ਬਣਾਉਣ ਲੱਗ ਪੈਂਦੇ। ਸੋ ਇਸ ਕਰਕੇ ਸਾਰਿਆਂ ਨੂੰ ਧਿਆਨ ਦੇਣਾ ਪੈਣਾ ਆ। ਯੈਸ, ਜਿਹੜੇ ਬੋਰਡਰ ਸਿਕਿਉਰਿਟੀ ਉਹ ਜਿੰਨਾ ਕੁਛ ਉਹ ਕਰ ਸਕਦੇ ਕਰਦੇ ਆ, ਪੋਰਟ ਵਾਲੇ ਵੀ ਜੋ ਕਰ ਸਕਦੇ ਆ ਕਰਦੇ ਆ, ਹੋਰ ਕਰਨਗੇ ਤੇ ਕਰਨਾ ਵੀ ਚਾਹੀਦਾ ਹੈ। ਮੈਂ ਤਾਂ ਕਹਿੰਦੀ ਵੀ ਬਿਲਕੁਲ ਕੱਸਣਾ ਚਾਹੀਦਾ ਇਹ ਕੰਮ। ਪਰ ਆਪਾਂ ਜੇ ਇਹ ਸੋਚੀਏ ਵੀ ਹੋਰ ਕੋਈ ਆ ਕੇ ਇਸ ਨੂੰ ਹਲਕਾ ਕਰ ਦਊਗਾ, ਦੇਖੋ ਜਦੋਂ 170 ਪਲੱਸ ਮੌਤਾਂ ਹੋਣ, ਇਹ ਦੂਸਰੇ ਦਾ ਪ੍ਰੋਬਲਮ ਨਹੀਂ, ਇਹ ਸਾਡਾ ਸਾਰਿਆਂ ਦਾ ਪ੍ਰੋਬਲਮ ਹੈਗਾ ਆ। ਜਦੋਂ ਇੱਕ ਘਰ ਦੇ ਵਿੱਚ ਬੱਚਾ ਚੱਲ ਜਾਂਦਾ ਆ, ਉਹ ਸਿਰਫ ਮਾਂ ਪਿਓ ਨੂੰ ਨਹੀਂ ਦੁੱਖ ਹੁੰਦਾ, ਉਹ ਭੂਆ, ਫੁੱਫੜ, ਚਾਚੀ, ਚਾਚਾ, ਤਾਇਆ, ਤਾਈ, ਪਿੰਡੂ, ਫਰੈਂਡ ਸਰਕਲ, ਸਾਰਿਆਂ ਦੇ ਉੱਪਰ ਅਸਰ ਪੈਂਦਾ ਆ। ਸਾਨੂੰ ਧਿਆਨ ਦੇਣਾ ਪੈਣਾ ਆ, ਬਟ ਬੀ ਲਵਿੰਗ ਐਂਡ ਬੀ ਸਪੋਰਟਿਵ। ਜੇ ਅਸੀਂ ਉਹਨਾਂ ਨੂੰ ਨਾ ਜੱਜ ਕਰਾਂਗੇ, ਉਹ ਫਿਰ ਜਿਹਨਾਂ ਦੇ ਘਰ ਵਿੱਚ ਇਸ਼ੂ ਹੈਗਾ ਉਹ ਤੁਹਾਡੇ ਨਾਲ ਗੱਲ ਸਾਂਝੀ ਵੀ ਕਰ ਲੈਣਗੇ। ਪਰ ਜੇ ਉਹਨਾਂ ਨੂੰ ਡਰ ਹੋਊਗਾ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਵੀ ਮੁੰਡਾ ਇੱਦਾਂ ਕਰਦਾ ਜਾਂ ਸਾਡੀ ਬੇਟੀ ਇੱਦਾਂ ਕਰਦੀ ਆ, ਫਿਰ ਪ੍ਰੋਬਲਮ ਹੋ ਜਾਣਗੇ। ਪਰ ਆਪਾਂ ਇਹ ਵੀ ਨਾ ਸੋਚੀਏ ਵੀ ਇਹ ਯੂਥ ਇਸ਼ੂ ਆ, ਇਹ ਇਸ਼ੂ ਅਕ੍ਰੋਸ ਦੀ ਏਜ ਗਰੁੱਪ ਹੈਗਾ ਆ। ਤਾਂ ਇਸ ਕਰਕੇ ਇਹਦੇ ਵਿੱਚ ਡਾਕਟਰਸ, ਲਾਇਰਸ, ਜੱਜਸ, ਯੂ ਨੇਮ ਇਟ, right? It goes across socio-economic, goes across cultural। ਦੋ ਬਹੁਤ ਗੱਲ ਆਪਾਂ ਨੂੰ ਵੀ ਸੋਚਣੀ ਪੈਣੀ ਆਪਣੀ ਕਮਿਊਨਿਟੀ ਵਿੱਚ ਕਾਫੀ ਹਾਈਸਟ ਨੰਬਰਸ ਨੇ। ਬਿਲਕੁਲ, ਨਾਲ ਨਾਲ ਹੁਣ ਅਸੀਂ ਪੈਂਡੈਮਿਕ ਦੇ ਵਿੱਚ ਤਾਂ ਰਹਿ ਹੀ ਰਹੇ ਹੈਗੇ ਆ। ਪੈਂਡੈਮਿਕ ਤਾਂ ਹੁਣ ਚੱਲ ਹੀ ਰਿਹਾ ਹੈਗਾ, ਸਾਡੇ ਨਾਲ ਹੈਗਾ ਨਿਊ ਨੋਰਮਲ। ਹਾਂਜੀ, ਅਸੀਂ ਉਹਦੇ ਵਿੱਚ ਰਹਿ ਰਹੇ ਹਾਂ, ਇਕੋਨਮੀ ਦੁਬਾਰਾ ਓਪਨ ਹੋ ਰਹੀ ਹੈ, ਪਰ ਕੇਸ ਜਿਹੜੇ ਨੇ ਵੱਧ ਰਹੇ ਨੇ। ਸਭ ਤੋਂ ਜ਼ਿਆਦਾ ਕੰਸਰਨ ਜਿਹੜੀ ਗੱਲ ਦਾ ਉਹ ਹੈ ਕਿ ਹਸਪੀਟਲ ਦੇ ਜਿਹੜੇ ਕੇਸ ਜਿਹੜੇ ਘੱਟ ਗਏ ਸੀ, ਜਿਹੜਾ ਸਾਨੂੰ ਲੱਗਦਾ ਸੀ ਕਿ ਰਿਕਵਰ ਹੋ ਰਹੇ ਨੇ ਲੋਕ, ਪਰ ਹੁਣ ਜਿਹੜੇ ਹਸਪੀਟਲ ਦੇ ਵਿੱਚ ਲੋਕ ਹੈਗੇ ਆ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਵੀ ਵੱਧ ਰਹੀ ਹੈਗੀ ਹੈ। ਇਹ ਵੀ ਇੱਕ ਕੰਸਰਨ ਹੈਗਾ ਆ। ਹੁਣ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਿੱਥੇ ਕੇਸ ਵੱਧ ਰਹੇ ਨੇ, ਕੀ ਕੁਝ ਹੋਣਾ ਚਾਹੀਦਾ? ਦੇਖੋ, ਜਦੋਂ ਮੈਂ ਰੋਜ਼ ਆਪਣੇ WhatsApp ਤੇ ਅਪਡੇਟ ਪਾਉਂਦੀ ਹਾਂ ਵੀ ਕਿੱਥੇ ਕਿੱਥੇ ਕੇਸ ਹੁੰਦੇ ਆ ਤੇ ਕਿੰਨੇ ਹੁੰਦੇ ਆ। ਯੈਸ, ਜਿਹੜੇ ਹਸਪਤਾਲ ਦੇ ਵਿੱਚ ਇਸ ਵਕਤ ਦਾਖਲ ਆ, ਨੰਬਰ ਫਿਰ ਤਾਂ ਉਹਨੂੰ ਚੱਲ ਗਿਆ, ਪਹਿਲਾਂ ਤਾਂ 3-4 'ਚ ਹੀ ਆ ਗਏ ਸੀਗੇ, ਰਾਈਟ? ਹੁਣ ਉੱਥੇ ਵੀ 18 ਹੋ ਗਏ ਆ, ਉਹਨਾਂ ਦੇ ਵਿੱਚੋਂ 5 ਹੈਗੇ ਆ ICU ਦੇ ਵਿੱਚ। ਸੋ ਨੰਬਰ ਵੱਧ ਰਹੇ ਆ, ਪਰ ਹਾਲੇ ਵੀ ਆਪਣੇ ਨੰਬਰ ਠੀਕ ਆ ਜਿਹੜੇ ਹਸਪਤਾਲ ਵਿੱਚ ਹੈਗੇ ਆ, ਬਿਕਾਜ਼ ਇਟਸ ਮੈਨੇਜੇਬਲ। ਉਹ ਜਿਹੜੇ 18 ਆ ਸਾਰੇ BC ਦੇ ਵਿੱਚ ਆ, ਸਿਰਫ ਸਰੀ ਦੇ ਵਿੱਚ ਨਹੀਂ ਹੈਗੇ। ਪਰ ਗੱਲ ਹੈਗੀ ਜਦੋਂ ਆਪਣੇ ਨੰਬਰ ਸਿੰਗਲ ਡਿਜਿਟ ਤੇ ਚੱਲ ਗਏ ਸੀਗੇ, ਹੁਣ ਜਿੱਦਾਂ ਵੀ ਇਕਨੋਮੀ ਥੋੜੀ ਖੁੱਲੀ ਆ, ਇੱਕ ਮੌਸਮ ਵਧੀਆ ਹੋ ਗਿਆ, ਲੋਕ ਪਾਰਟੀਆਂ ਸ਼ਾਰਟੀਆਂ ਥੋੜਾ ਜ਼ਿਆਦਾ ਕਰਨ ਲੱਗ ਪਏ ਆ, ਬਾਹਰ ਸੋਸ਼ਲ ਇੰਟਰੈਕਸ਼ਨ ਜ਼ਿਆਦਾ ਹੋ ਗਈ ਆ, ਸਾਡੇ ਬਬਲ ਅਸੀਂ ਥੋੜਾ ਜ਼ਿਆਦਾ ਹੀ ਵਧਾ ਦਿੱਤਾ ਆ। ਉਹਦੇ ਨਾਲ ਜਦੋਂ ਨੰਬਰ ਦੇਖੀਏ ਪਿਛਲੇ 3 ਦਿਨਾਂ ਦੇ 269 ਸੀ, ਰਾਈਟ? ਜਦੋਂ ਉਹ ਹੋ ਗਿਆ, ਉਹਦੇ ਵਿੱਚੋਂ 2/3 ਸਰੀ, ਆਪਣੇ ਸਰੀ 'ਚ ਨਹੀਂ, ਫਰੇਜ਼ਰ ਹੈਲਥ ਦੇ ਵਿੱਚ ਸੀਗੇ। ਉਹਦੇ ਵੱਲ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ ਆ। ਨਾਲੇ ਸਭ ਤੋਂ ਵੱਡਾ ਗਰੋਥ ਹੋ ਰਿਹਾ ਬਿਟਵੀਨ 20 to 40 ਕਰਕੇ। ਇਸ ਏਜ ਗਰੁੱਪ ਨੇ ਇੱਕ ਤਾਂ ਅੱਕ ਗਏ ਅੰਦਰ ਬੈਠ ਕੇ, ਇੱਕ ਮੌਸਮ ਵਧੀਆ ਆ, ਇੱਕ ਸੋਚਦੇ ਆ ਵੀ ਪਹਿਲਾਂ ਤਾਂ ਥੋੜਾ ਪਰਹੇਜ਼ ਰੱਖਦੇ ਜਦੋਂ ਮਿਲਦੇ ਆ, ਫਿਰ ਜਦੋਂ ਥੋੜਾ ਸੋਸ਼ਲਾਈਜ਼ਿੰਗ ਟਾਈਮ ਲੰਘ ਜਾਂਦਾ ਆ, ਕੁਛ ਖਾ ਪੀ ਲਿਆ, ਫਿਰ ਉਹ ਥੋੜਾ ਫਰਗੈਟ ਕਰ ਦਿੰਦੇ ਆ। ਇੱਕ ਇਹ ਵੀ ਨਹੀਂ ਸੋਚਦੇ ਵੀ ਜੇ ਅੱਜ ਅਸੀਂ 20 ਬੰਦਿਆਂ ਨੂੰ ਮਿਲੇ, ਟਮੋਰੋ ਅਸੀਂ 20 ਨੂੰ ਹੋਰ ਮਿਲੇ, ਤੀਸਰੇ ਦਿਨ ਅਸੀਂ 10 ਨੂੰ ਹੋਰ ਮਿਲੇ, ਤੁਸੀਂ ਸਮਝ ਲਓ ਤੁਸੀਂ 50 ਨੂੰ ਇਕੱਠੇ ਮਿਲੇ ਕਰਕੇ। ਉਹ ਜਿਹੜਾ ਕੱਲਾ ਬੰਦਾ ਆ, ਜਿਨ੍ਹਾਂ ਨੂੰ ਉਹ ਮਿਲਦੇ ਆ, ਤੁਸੀਂ ਉਹਨਾਂ ਨੂੰ ਵੀ ਮਿਲਦੇ ਆ। ਬਿਲਕੁਲ। ਸੋ ਡਾਕਟਰ ਬੋਨੀ ਹੈਨਰੀ ਨੇ ਸ਼ੁਰੂ ਤੋਂ ਹੀ ਕਿਹਾ, ਜੇ ਤੁਹਾਡੀ ਸਿਹਤ ਨਹੀਂ ਠੀਕ, ਤੁਸੀਂ ਘਰ ਰਹੋ, ਵਾਸ਼ ਯੋਰ ਹੈਂਡਸ, ਫਿਜ਼ੀਕਲ ਡਿਸਟੈਂਸ, ਜੇ ਨਹੀਂ ਘਰ ਹੁੰਦੀ ਮਾਸਕ ਪਹਿਨੋ, ਪਰ ਆਪਣਾ ਜਿਹੜਾ ਸੋਸ਼ਲ ਬਬਲ ਆ ਉਹਨੂੰ ਰੀਜ਼ਨੇਬਲ ਰੱਖੋ। ਇਹ ਦੇਖੋ ਸਿਰਫ ਯੂਥ ਲਈ ਨਹੀਂ, ਇਹ ਸਾਡੇ ਸਾਰਿਆਂ ਲਈ ਹੈਗਾ ਆ। ਕਈਆਂ ਨੇ ਅੱਜ ਕੱਲ੍ਹ ਵਿਆਹ ਕੀਤੇ ਆ ਬਹੁਤ ਹੀ ਪਰਹੇਜ਼ ਦੇ ਨਾਲ, ਇੱਕ ਘਰ ਦੇ ਵਿੱਚ ਸਿਰਫ 16 ਜਾਣੇ ਗਏ, ਤੇ ਉਹਨਾਂ ਦੀਆਂ ਜਦੋਂ ਮੈਂ ਫੋਟੋਆਂ ਵੀ ਦੇਖੀਆਂ ਗਾਰਡਨ ਵਿੱਚ ਸਾਰੇ ਦੂਰ ਦੂਰ ਬੈਠੇ ਸੀਗੇ। ਪਰ ਆਪਾਂ ਨੂੰ ਪਤਾ ਆ ਕਈ ਟਾਈਮਸ ਇਹ ਵੀ ਹੋ ਗਿਆ ਆ ਜਦੋਂ 50 ਤੋਂ ਵੀ ਉੱਪਰ ਹੋਣਗੇ
ਤੇ ਇਸ ਕਰਕੇ ਉਹ ਜਿਹੜੇ 50 ਨੰਬਰ ਆ ਡਾਕਟਰ ਬੌਨੀ ਹੈਨਰੀ ਆਪਾਂ ਨੂੰ ਪਨਿਸ਼ ਕਰਨ ਲਈ ਨਹੀਂ ਬਣਾਏ, ਨਾ ਹੀ ਉਹ 50 ਨੰਬਰ ਪੱਕੇ ਆ ਜੀ। ਅਸੀਂ ਇਹ ਨਾ ਸੋਚੀਏ ਵੀ ਅਸੀਂ 50 ਇਕੱਠੇ ਹੋ ਸਕਦੇ ਆ। 50 ਫੇਰ ਇਕੱਠੇ ਹੋ ਸਕਦੇ ਆ ਜੇ ਜਗ੍ਹਾ ਖੁੱਲੀ ਆ ਜੀ, ਉੱਥੇ ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖ ਸਕਦੇ ਆ ਤੇ ਬਾਕੀ ਸਾਰੇ ਉੱਥੇ ਸੈਨੀਟਾਈਜ਼ਰ ਵੀ ਪਿਆ ਹੋਵੇ, ਤੁਸੀਂ ਬਾਕੀ ਸਾਰੇ ਪਰਹੇਜ਼ ਕਰੋ। ਪਰ ਅਸੀਂ ਸੋਚਣ ਲੱਗ ਪਏ ਆ 50 ਅੰਦਰ 50 ਬਾਹਰ 50 ਟੈਂਟ ਵਿੱਚ, ਇਹ ਗੱਲ ਨਹੀਂ ਚੱਲਣੀ। ਪਰ ਮੈਂ ਹਾਲੇ ਵੀ BC ਵਾਲਿਆਂ ਦਾ ਧੰਨਵਾਦ ਕਰਦੀ ਆ, ਜਦੋਂ ਪਹਿਲੀ ਵਾਰੀ ਇਹਨਾਂ ਨੇ ਆਪਣੀ ਫਲੱਟ ਹੋਈ ਸੀਗੀ BC ਵਾਲਿਆਂ ਨੇ ਕੀਤੀ ਸੀ ਜੀ, ਬਿਲਕੁਲ। ਮੈਨੂੰ ਪੂਰੀ ਉਮੀਦ ਹੈਗੀ ਆ ਹੁਣ ਫੇਰ ਆ ਨੰਬਰ ਵੱਧਦੇ ਦੇਖ ਕੇ ਜੇ ਘਟਾਉਣੇ ਆ ਉਹ ਵੀ BC ਰਹਿਣ ਵਾਲਿਆਂ ਨੇ ਘਟਾਉਣੇ ਆ। ਤੇ ਮੈਨੂੰ ਪੂਰੀ ਉਮੀਦ ਹੈਗੀ ਆ ਜਿਹੜੇ 5 to 10% ਇਸ ਵਕਤ ਥੋੜੀ ਜ਼ਿਆਦਾ ਖੁਦ ਲੈ ਰਹੇ ਆ, ਉਹ ਵੀ ਦੇਖ ਕੇ ਵੀ ਆ ਅਸਰ ਸਿਰਫ ਉਹਨਾਂ ਤੇ ਨਹੀਂ ਸਾਰੀ ਜਨਤਾ ਤੇ ਪੈ ਰਿਹਾ ਆ, ਸਾਰੀ BC ਤੇ ਪੈ ਰਿਹਾ ਆ। ਮੈਂ ਉਹਨਾਂ ਦੇ ਮੋਹਰੇ ਬੇਨਤੀ ਕਰਦੀ ਆ ਥੋੜਾ ਕੁ ਆਪਣਾ ਇੰਟਰੈਕਸ਼ਨ ਘਟਾ ਦਿਓ। ਦੇਖੋ ਗੋ ਆਊਟਸਾਈਡ, BC ਨੂੰ ਐਕਸਪਲੋਰ ਕਰੋ ਜੀ। ਮੈਂ ਰੋਜ਼ ਜਾਂਦੀ ਆ, ਜਿੱਦਾਂ ਮਰਜ਼ੀ ਹੋਵੇ 1 ਘੰਟੇ ਲਈ ਵੋਕ ਕਰੀਦਾ। ਲੋਕ ਇੰਨਾ ਰਿਸਪੈਕਟਫੁਲ ਆ, ਦੂਰ ਹੋ ਜਾਂਦੇ ਆ। ਸੋ ਸੋਸ਼ਲ ਡਿਸਟੈਂਸਿੰਗ ਰੱਖ ਕੇ ਵੀ ਆਪਾਂ ਇੰਜੋਏ ਕਰ ਸਕਦੇ ਆ। ਪਰ ਜਿਹੜਾ ਆਪਣਾ ਬਬਲ ਆ ਉਹਨੂੰ 50-100 ਦਾ ਨਾ ਬਣਾਵੋ। ਤੁਹਾਡਾ ਬਬਲ ਤੁਹਾਡੀ ਫੈਮਿਲੀ ਹੋਣੀ ਚਾਹੀਦੀ ਆ ਤੇ 1-2 ਫਰੈਂਡ ਸਰਕਲ ਤੁਸੀਂ ਬਣਾ ਸਕਦੇ ਆ। ਪਰ ਜੇ ਉਹ ਫਰੈਂਡਾਂ ਨੇ ਹੋਰ 2-3 ਸਰਕਲ ਬਣਾਏ ਆ, ਫਿਰ ਉਸ ਛੋਟੇ ਸਰਕਲ ਦਾ ਕੋਈ ਫਾਇਦਾ ਨਹੀਂ। ਜਿਵੇਂ ਤੁਸੀਂ ਦੱਸਿਆ ਹੈਗਾ ਕਿ ਸਾਰੇ ਲੋਕ ਸਿਆਣੇ ਹੈਗੇ ਆ, ਅਸੀਂ ਜਿਹੜਾ ਹੈ ਫੋਲੋ ਕਰ ਰਹੇ ਹੈਗੇ ਆ ਜਿਹੜੀਆਂ ਵੀ ਗਾਈਡਲਾਈਨਸ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ। ਪਰ ਫਿਰ ਵੀ ਸਰਕਾਰ ਨੇ ਹੁਣ ਜਿਵੇਂ ਜਿਸ ਹਿਸਾਬ ਨਾਲ ਕਿਹਾ ਗਿਆ ਸੀਗਾ ਕਿ BC ਦੇ ਵਿੱਚ ਕੋਈ ਫਾਈਨ ਨਹੀਂ ਹੈਗੇ, ਅਸੀਂ ਹਮੇਸ਼ਾ ਬੋਨੀ ਹੈਨਰੀ ਵੀ ਕਹਿੰਦੇ ਰਹਿੰਦੇ ਆ ਬੀ ਕਾਈਂਡ, ਤੁਸੀਂ ਹਮੇਸ਼ਾ ਪਿਆਰ ਦੇ ਨਾਲ ਤੁਹਾਨੂੰ ਸਮਝਾਉਂਦੇ ਰਹਿੰਦੇ ਨੇ। ਪਰ ਫਿਰ ਵੀ ਹੁਣ ਜਦੋਂ ਅਸੀਂ ਸੋਲਿਸਿਟਰ ਜਨਰਲ ਦੀ ਗੱਲ ਸੁਣੀ ਤਾਂ ਉਹਨਾਂ ਨੇ ਕਿਹਾ ਇਨਫ ਇਜ਼ ਇਨਫ, ਉਹਨਾਂ ਨੇ ਨਵੇਂ ਮੈਜਰਸ ਲਗਾ ਦਿੱਤੇ ਹੈਗੇ। ਤੇ ਪਰ ਇਹਦੇ ਨਾਲ ਨਾਲ ਆਪਾਂ ਨੂੰ ਪਤਾ ਕਿ ਕਿਹੜੇ ਕਿਹੜੇ ਮੈਜਰਸ ਨੇ। ਪਰ ਹੁਣ ਇੱਕ ਹੋਰ ਖਬਰ ਜਿਹੜੀ ਆਈ ਹੈ ਕਿ ਵਿਕਟੋਰੀਆ ਦੇ ਵਿੱਚ ਇੱਕ ਜਿਹੜਾ ਇਨਸਾਨ ਸੀ ਜਿਹਨੂੰ $2300 ਦਾ ਫਾਈਨ ਵੀ ਲਗਾਇਆ ਗਿਆ, ਉਹਨੇ ਅਗਲੇ ਦਿਨ ਫਿਰ ਤੋਂ ਪਾਰਟੀ ਰੱਖ ਲਈ ਹੈ। ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਅਸਰ ਪੈ ਰਿਹਾ? ਦੇਖੋ, ਜਾਂ ਤਾਂ ਉਸ ਇਨਸਾਨ ਦੇ ਕੋਲ ਪੈਸਾ ਬਹੁਤ ਹੈ ਵੀ ਉਹ ਰੋਜ਼ $2300 ਦੇ ਜਾਊਗਾ ਤੇ ਵੀ ਉਹਦੇ ਮਨ ਵਿੱਚ ਪਤਾ ਨਹੀਂ ਕੀ ਹੋ ਰਿਹਾ ਆ, ਤੇ ਜਾਂ ਤਾਂ ਵੀ ਮੈਂ ਇਹ ਨਹੀਂ ਸੋਚਣਾ ਚਾਹੁੰਦੀ। ਪਰ ਅਸੀਂ ਨਹੀਂ ਸੀ ਚਾਹੁੰਦੇ ਫਾਈਨ ਲਾਉਣਾ, ਹਾਲੇ ਵੀ ਨਹੀਂ ਚਾਹੁੰਦੇ ਵੀ ਕਿਸੇ ਨੂੰ ਫਾਈਨ ਹੋਵੇ। ਪਰ ਜਦੋਂ BC ਵਿੱਚ ਰਹਿਣ ਵਾਲਿਆਂ ਨੇ ਇੰਨੀਆਂ ਵੱਡੀਆਂ ਸੈਕਰੀਫਾਈਸ ਕਰਕੇ ਅੰਦਰ ਰਹਿ ਕੇ ਆਪਣੇ ਨਿਆਣਿਆਂ ਨੂੰ ਨਹੀਂ ਮਿਲੇ, ਆਪਣੇ ਮਾਂ-ਪਿਓ ਨੂੰ ਨਹੀਂ ਮਿਲੇ, ਆਪਣੇ ਦੋਸਤ ਮਿੱਤਰਾਂ ਨੂੰ ਨਹੀਂ ਮਿਲੇ, ਉਹਨਾਂ ਨੇ ਇੰਨੀ ਵਧੀਆ ਪਰਹੇਜ਼ ਕਰਕੇ ਫਲੱਟ ਕਰ ਦਿੱਤਾ ਵੀ ਸਾਰੀ ਦੁਨੀਆ ਵਿੱਚ BC ਦਾ ਮਿਸਾਲ ਦੱਸਿਆ ਜਾਂਦਾ ਸੀ ਵੀ ਬਹੁਤ ਵਧੀਆ ਕੰਮ ਕੀਤਾ। ਜੇ ਹੁਣ 5% ਜਾਂ 2% ਸਮਝ ਲਵੋ ਜਿਹੜਾ ਥੋੜਾ ਵੀ ਜ਼ਿਆਦਾ ਢਿੱਲ ਲੈ ਰਹੇ ਆ ਤੇ ਉਹ ਸਾਡੇ ਲਫ਼ਜ਼ ਨਹੀਂ ਵਰਤਦੇ, ਲਾਈਕ ਐਕਸਪਲੇਨ ਵਿਦ ਲਵ ਰਾਈਟ ਐਂਡ ਬੀ ਸਪੋਰਟਿਵ। ਫਿਰ ਵਾਜੇ ਵੇਲੇ ਜਿਸ ਤਰ੍ਹਾਂ ਆਪਾਂ ਘਰ ਵਿੱਚ ਵਾਜੇ ਵੇਲੇ ਸਖਤੀ ਕਰਨੀ ਪੈਂਦੀ ਆ ਨਾ, ਇਹ ਹੁਣ ਸਖਤੀ ਅਸੀਂ ਸੋਲਿਸਿਟਰ ਜਨਰਲ ਨੇ ਕਿਹਾ, ਬਹੁਤ ਵਧੀਆ ਤਰੀਕੇ ਨਾਲ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਫਾਈਨ ਦੇਣੇ, ਸਾਨੂੰ ਕੋਈ ਸ਼ੌਂਕ ਹੈ ਨਹੀਂਗਾ ਵੀ ਇਸ ਫਾਈਨ ਦੇ ਪੈਸੇ ਕਲੈਕਟ ਕਰੀਏ। ਪਰ ਸਾਨੂੰ ਮਜਬੂਰ ਕੀਤਾ ਗਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਜਿਹੜੇ 95% ਲੋਕਾਂ ਨੇ ਇੰਨਾ ਵਧੀਆ ਕੰਮ ਕੀਤਾ, ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ, ਉਹਨਾਂ ਦੀ ਬਿਜ਼ਨਸ ਤੇ ਇੰਨੇ ਵੱਡੇ ਅਸਰ ਪਏ ਸੀਗੇ। ਜਿਹੜੇ ਬਜ਼ੁਰਗਾਂ ਦੀ ਸਰਜਰੀ ਵੀ ਨਹੀਂ ਸੀ ਹੋ ਸਕਦੀ ਇੰਨੇ ਮਹੀਨਿਆਂ ਦੇ ਵਿੱਚ, ਉਹ ਸਰਜਰੀ ਅਸੀਂ ਹੁਣ ਅਪਡੇਟ ਕਰ ਦਿੱਤੀ ਆ ਬੈਕਲੌਗ। ਪਰ ਫਿਰ ਵੀ ਜੇ ਅਸੀਂ ਆਹ ਹੀ ਕੰਮ ਕਰਦੇ ਰਹੇ ਫਿਰ ਖਤਰਾ ਹੈਗਾ ਆ ਕਰਕੇ। ਹਾਲੇ ਸੈਕੰਡ ਵੇਵ ਤਾਂ ਆਈ ਨਹੀਂ, ਬਾਜੇ ਵੇਲੇ ਲੋਕ ਕਹਿਣ ਲੱਗ ਪੈਂਦੇ ਸੈਕੰਡ ਵੇਵ ਆ ਗਈ। ਮੈਂ ਕਹਿੰਦੀ ਨਹੀਂ, ਸੈਕੰਡ ਵੇਵ ਨਹੀਂ ਹੈ ਕੋਈ, ਇਹ ਤਾਂ ਪਹਿਲੀ ਵੇਵ ਦੀ ਖੁੱਲ੍ਹ ਹੋ ਰਹੀ ਕਰਕੇ ਹੋ ਰਿਹਾ ਆ। ਸੋ ਪਰਹੇਜ਼ ਰੱਖਣਾ ਪੈਣਾ, ਇਹ ਨਵਾਂ ਨੋਰਮਲ ਹੈਗਾ ਆ। ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ 1 ਹੋਰ ਮਹੀਨੇ ਲਈ ਆ, ਜਿਸ ਤਰ੍ਹਾਂ ਐਡਰੀਅਨ ਡਿਕਸ ਨੇ ਕਿਹਾ ਸੀ, ਮਿਨਿਸਟਰ ਡਿਕਸ ਨੇ, ਇਹ 1-2 ਸਾਲ ਵੀ ਲੱਗ ਸਕਦਾ। ਬਿਲਕੁਲ। ਸੋ ਇਸ ਕਰਕੇ ਵਾਇਰਸ ਕਿਤੇ ਗਿਆ ਨਹੀਂ। ਜਦੋਂ ਨੰਬਰ ਘਟ ਗਏ ਸੀਗੇ BC ਵਾਲੇ ਸੋਚਣ ਲੱਗ ਪਏ, ਕਈਆਂ ਨੇ ਮੈਨੂੰ ਕਿਹਾ ਭੈਣ ਜੀ ਐਵੇਂ ਸਾਨੂੰ ਅੰਦਰ ਬੰਦ ਰੱਖਿਆ ਆ ਵੀ ਵਾਇਰਸ ਤਾਂ ਚੱਲ ਗਿਆ। ਮੈਂ ਉਦੋਂ ਵੀ ਕਹਿੰਦੀ ਸੀ ਵਾਇਰਸ ਨਹੀਂ ਗਿਆ, ਅਸੀਂ ਵਾਇਰਸ ਦੇ ਨਾਲ ਰਹਿਣਾ ਗਿੱਝ ਗਏ ਆ। ਹੁਣ ਵੀ ਇਹ ਹੀ ਆ, ਜੇ ਵਾਇਰਸ ਫੈਲ ਰਿਹਾ ਆ ਕਿਉਂਕਿ ਅਸੀਂ ਜਿਹੜੇ ਸਾਨੂੰ ਪਤਾ ਜਿਹੜੇ ਕੰਮ ਸੋਸ਼ਲ ਡਿਸਟੈਂਸਿੰਗ, ਮਾਸਕ, ਵਾਸ਼ ਯੂਰ ਹੈਂਡ, ਸਟੇ ਹੋਮ ਇਫ ਯੂ ਆਰ ਸਿਕ, ਅਸੀਂ ਉਹ ਨਹੀਂ ਕਰ ਰਹੇ। ਜਿਹੜੇ ਉਹ ਨਹੀਂ ਕਰ ਰਹੇ ਸਿਰਫ ਉਹਨਾਂ ਤੇ ਨਹੀਂ ਖਤਰਾ ਸਾਡੇ ਸਾਰਿਆਂ ਤੇ ਪੈ ਜਾਂਦਾ ਹੈ। ਮੈਂ ਡਰਿੰਕਿੰਗ ਡਰਾਈਵਿੰਗ ਦਾ ਐਗਜ਼ਾਮਪਲ ਦਿੰਨੀ ਆ।
ਤੇ ਅੱਗੇ ਡਰਿੰਕਿੰਗ ਡਰਾਈਵਿੰਗ ਬਹੁਤ ਹੁੰਦੀ ਸੀ ਰਾਈਟ ਪਰ ਮੈਂ ਸਦਾ ਹੀ ਕਹਿੰਦੀ ਹੁੰਦੀ ਤੂੰ ਆਪਣੇ ਆਪ ਨੂੰ ਕੁਝ ਕਰਨਾ ਆ ਫਿਰ ਕਾਰ ਵਿੱਚ ਬੈਠ ਕੇ ਕਿਉਂ ਬਾਹਰ ਜਾਂਦੇ ਜੀ ਬਿਲਕੁਲ ਰਾਈਟ ਬਿਕਾਜ਼ ਸਿਰਫ ਤੁਹਾਨੂੰ ਨਹੀਂ ਜਦੋਂ when you're a drunk driver biggest danger is to the other public ਇਸ ਤਰ੍ਹਾਂ ਹੀ ਅੱਜ ਜਦੋਂ COVID-19 ਹੈਗਾ ਆ ਜਦੋਂ ਤੁਸੀਂ ਬਾਹਰ ਜਾਂਦੇ ਆ ਮੈਨੂੰ ਨਹੀਂ ਕੁਛ ਹੋਣਾ ਮੇਰੀ ਏਜ ਵੀ ਠੀਕ ਹੈ ਮੇਰੀ ਸਿਹਤ ਵੀ ਠੀਕ ਆ ਬੱਚਿਆਂ ਨੂੰ ਬਾਹਲਾ ਕੁਛ ਹੁੰਦਾ ਹੀ ਨਹੀਂ ਰੀਣ ਕਿਤਾਬ ਚੜ੍ਹ ਕੇ ਹਟ ਜਾਂਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੰਟਰਨਲੀ ਕੀ ਹੋ ਰਿਹਾ ਹੈ ਲੌਂਗ ਟਰਮ ਇਫੈਕਟਸ ਕੀ ਆ ਪਰ ਮੈਂ ਕਹਿੰਦੀ ਜੇ ਤੁਸੀਂ ਇਹ ਸੋਚਣਾ ਆ ਤੇ ਫਿਰ ਘਰੇ ਹੀ ਬੈਠੇ ਰਹੋ ਬਿਕਾਜ਼ ਜਦੋਂ ਤੁਸੀਂ ਬਾਹਰ ਜਾਂਦੇ ਆ ਇਟ ਅਫੈਕਟਸ ਐਵਰੀਬਡੀ ਐਲਸ ਤੁਸੀਂ ਘਰ ਵੀ ਲੈ ਕੇ ਆਉਂਦੇ ਆ ਤੁਹਾਡੇ ਘਰਾਂ ਵਿੱਚ ਵੀ ਬਜ਼ੁਰਗ ਹੈਗੇ ਆ ਤੁਹਾਡੇ ਆਂਢ ਗੁਆਂਢ ਵੀ ਬਜ਼ੁਰਗ ਹੈਗੇ ਆ ਜਿਸ ਫਰੈਂਡ ਨੂੰ ਤੁਸੀਂ ਮਿਲਦੇ ਆ ਉਹਦੇ ਵੀ ਘਰ ਬਜ਼ੁਰਗ ਹੈਗੇ ਆ ਉਹਨਾਂ ਦੇ ਘਰ ਬੱਚੇ ਵੀ ਹੈਗੇ ਆ ਦੇਖੋ ਕਾਫੀ ਐਵੀਡੈਂਸ ਆ ਰਹੀ ਆ ਵੀ ਜਿਹੜੀ ਇੰਟਰਨਲ organ ਡੈਮੇਜ ਇਹਦੇ ਨਾਲ ਹੋ ਜਾਂਦੀ ਆ ਉਹਦਾ ਆਪਾਂ ਨੂੰ ਹਾਲੇ ਪੂਰੀ ਇੰਪੈਕਟ ਤਾਂ ਪਤਾ ਨਹੀਂ ਪਰ ਖਤਰਾ ਆ ਸੋ ਪਲੀਜ਼ ਹੈਲਥ ਹੈਗੀ ਆ ਸਭ ਤੋਂ ਵਧੀਆ ਚੀਜ਼ ਆਪਣੀ ਹੈਲਥ ਹੀ ਹੁੰਦੀ ਆ ਜੇ ਹੈਲਥ ਨਾ ਹੋਵੇ ਫਿਰ ਪਾਰਟੀਆਂ ਸ਼ਾਟੀਆਂ ਨਾਲ ਤੁਹਾਡਾ ਕੁਝ ਕੰਮ ਨਹੀਂ ਹੋਣਾ ਸੋ ਹੈਲਥ ਫਰਸਟ ਜੀ ਐਂਡ ਦੈਨ ਵੀ ਟੇਕ ਕੇਅਰ ਆਫ ਦ ਰੈਸਟ ਅਸੀਂ ਜੇ ਪਾਰਟੀਆਂ ਦੀ ਗੱਲ ਕਰ ਰਹੇ ਹਾਂ ਬਿਜ਼ਨੈਸਿਸ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਬੈਂਕਟ ਹਾਲਸ ਦੇ ਜਿਹੜੇ ਕੰਸਰਨ ਹੈਗੇ ਆ ਉਹਨਾਂ ਦੇ ਓਨਰਸ ਦੇ ਕੰਸਰਨ ਹੈਗੇ ਆ ਜੇ ਉਹਨਾਂ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਮੀਟਿੰਗ ਰੱਖੀ ਗਈ ਸੀ ਆਰੀਆ ਬੈਂਕਟ ਹਾਲ ਦੇ ਵਿੱਚ ਉਹ ਸਾਰੇ ਜਿੰਨੇ ਵੀ ਬੈਂਕਟ ਹਾਲ ਦੇ ਓਨਰਸ ਸੀ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਤਾਂ ਉਹਨਾਂ ਨੇ ਉੱਥੇ ਕਹਿ ਦਿੱਤਾ ਕਿ ਸ਼ਟ ਅਸ ਡਾਊਨ ਕਿ ਸਾਨੂੰ ਬੰਦ ਕਰ ਦਿੱਤਾ ਜਾਵੇ ਜਾਂ ਸਾਨੂੰ ਕੁਛ ਸਾਡੇ ਜਿਹੜੇ ਰੂਲਸ ਹੈਗੇ ਆ ਲਾਜ਼ ਹੈਗੇ ਥੋੜ੍ਹੇ ਜਿਹੇ ਲੂਜ਼ ਕਰ ਦਿੱਤੇ ਜਾਣ ਪਰ ਡਾਕਟਰ ਬੋਨੀ ਹੈਨਰੀ ਨੇ ਕਹਿ ਦਿੱਤਾ ਕਿ ਨਹੀਂ ਕੁਛ ਵੀ ਅਸੀਂ ਨਰਮੀ ਨਹੀਂ ਵਰਤਣ ਵਾਲੇ ਹੈਗੇ ਸੋ ਹੁਣ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਇਫੈਕਟ ਪੈ ਰਿਹਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਅੱਗੇ ਸਭ ਤੋਂ ਪਹਿਲਾਂ ਬਹੁਤ ਹਮਦਰਦੀ ਹੈਗੀ ਆ ਸਾਡੇ ਹੋਲਸ ਜਿਹੜੇ ਆ ਉਹਨਾਂ ਦਾ ਹਾਈ ਸੀਜ਼ਨ ਹੁੰਦਾ ਵੈਡਿੰਗ ਸੀਜ਼ਨ ਤੇ ਉਹਨਾਂ ਦੇ ਹੋਲ ਤਾਂ ਹਰ ਇੱਕ ਰਾਤ ਨੂੰ ਫੁੱਲੀ ਬੁੱਕਡ ਹੁੰਦੇ ਆ ਬਾਜੀ ਵੇਲੇ ਸਰੀ ਦੇ ਵਿੱਚ 2 ਸਾਲ ਵਿਆਹ ਨੂੰ ਵੇਟ ਕਰਨਾ ਪੈਂਦਾ ਆ ਕਿਉਂਕਿ ਬੁਕਿੰਗਸ ਹੋ ਗਈਆਂ ਹੁੰਦੀਆਂ ਆ ਸੋ ਦੁੱਖ ਲੱਗਦਾ ਆ ਵੀ ਜਿਹੜੀ ਕਮਿਊਨਿਟੀ ਦੇ ਵਿੱਚ ਇੰਨਾ ਲੋਕਾਂ ਦੀ ਫਿਰ ਵਾਪਸ ਇੱਥੇ ਇਨਵੈਸਟਮੈਂਟ ਹੋ ਰਹੀ ਸੀਗੀ ਜਿਹੜੇ ਤੁਹਾਡੇ ਮੇਕਅਪ ਆਰਟਿਸਟ ਆ ਤੁਹਾਡੇ ਡੈਕੋਰੇਟਰਸ ਆ ਤੁਹਾਡੇ ਫੂਡ ਵਾਲੇ ਆ ਤੁਹਾਡੇ ਜਿਹੜੇ ਉੱਥੇ ਕੰਮ ਕਰਦੇ ਆ ਸੋ 올 ਆਫ ਦੈਟ ਬਹੁਤ ਹੀ ਅਸਰ ਪੈ ਰਿਹਾ ਇਕਨੋਮੀ ਤੇ ਮੈਂ ਆਪ ਮੰਨਦੀ ਹਾਂ ਪਰ ਅੱਗੋਂ ਲੋਕ ਇਹ ਵੀ ਕਹਿੰਦੇ ਸਾਡੇ ਪੈਸੇ ਹੁਣ ਥੋੜੇ ਖਰਚ ਹੁੰਦੇ ਜਦੋਂ ਵਿਆਹ ਹੁੰਦੇ ਆ ਨਾ ਰਾਈਟ ਸੋ ਸਦਾ ਹੀ 2-3 ਪਹਿਲੂ ਹੁੰਦੇ ਆ ਚੀਜ਼ ਦੇ ਪਰ ਆ ਜਿਹੜਾ ਹੈਗਾ ਆ ਬਹੁਤ ਸਾਰੀ ਹਮਦਰਦੀ ਹੈਗੀ ਆ ਸਾਨੂੰ ਸਾਰਿਆਂ ਨੂੰ ਹੈਗੀ ਸਾਰੇ MLAਆਂ ਨੂੰ ਕਰਕੇ ਸਾਨੂੰ ਪਤਾ ਕਿੰਨਾ ਵਧੀਆ ਰੋਲ ਤੇ ਕਿੰਨਾ ਜ਼ਰੂਰੀ ਰੋਲ ਸਾਡੇ ਜਿਹੜੇ ਬੈਂਕੁਏਟ ਹਾਲਸ ਆ ਉਹ ਕਰ ਰਹੇ ਆ ਅੱਗੇ ਸੀਗਾ ਵਿਆਹ ਘਰਾਂ 'ਚ ਹੋ ਜਾਂਦੇ ਸੀਗੇ ਹੁਣ ਆਪਾਂ ਦੇਖੀਏ ਆਪਾਂ ਤਾਂ ਬਰਥਡੇ ਪਾਰਟੀ ਪਹਿਲੀ ਬਰਥਡੇ ਪਾਰਟੀ ਵੀ ਅੱਜ ਕੱਲ੍ਹ ਤਾਂ ਗੁਰਦੁਆਰੇ ਹੋਲਾਂ 'ਚ ਹੀ ਮਨਾਉਂਦੇ ਆ ਨਾ ਸੋ ਦੇ ਆਰ ਸਫਰਿੰਗ ਨੋ ਡਾਊਟ ਅਬਾਊਟ ਦੈਟ ਜਿਸ ਤਰ੍ਹਾਂ ਰੈਸਟੋਰੈਂਟਸ ਵੀ ਹੈਗੇ ਉਹ ਵੀ ਸਫਰ ਕਰ ਰਹੇ ਆ ਪਰ ਰੈਸਟੋਰੈਂਟਸ ਵਿੱਚ ਫੇਰ ਵੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਉਹ ਹੁਣ ਖੁੱਲ ਗਏ ਆ ਉਸ ਤਰੀਕੇ ਦੇ ਨਾਲ ਜਿਹੜੀਆਂ ਪਾਬੰਦੀਆਂ ਹੈਗੀਆਂ ਆ ਹੋਰ ਵੀ ਬਿਜ਼ਨਸ ਚਲਾ ਸਕਦੇ ਆ ਪਰ ਉਹ ਕਹਿੰਦੇ ਵੀ ਜਦੋਂ ਅਸੀਂ ਲੋਕਾਂ ਨੂੰ ਕਹੀਦਾ ਵੀ ਤੁਹਾਡੇ 50 ਪੂਰੇ ਹੋ ਗਏ ਉਹ ਤਾਂ ਕਹਿੰਦਾ ਸਾਨੂੰ ਕੁੱਟਣ ਪੈਣ ਲੱਗ ਪੈਂਦੇ ਵੀ ਗਾਲਾਂ ਕੱਢਦੇ ਆ ਵੀ ਤੁਸੀਂ ਕੌਣ ਹੁੰਦੇ ਆ ਵੀ ਅਸੀਂ ਹੋਰ ਬੁੱਕ ਕੀਤਾ ਆ ਪਰ ਜੇ ਉਹ ਫੋਲੋ ਰੂਲਸ ਨਾ ਕਰਨ ਫਿਰ ਉਧਰੋਂ ਉਹਨਾਂ ਨੂੰ ਹੈਲਥ ਆਫਿਸਰਸ ਤੋਂ ਵੀ ਹੁਣ ਡਰ ਹੈਗਾ ਆ ਸੋ ਉਹਨਾਂ ਦੇ ਉੱਪਰ ਅੱਗੇ ਨਾਲੋਂ ਜ਼ਿਆਦਾ ਇੱਕ ਨੂੰ ਤਾਂ ਹੌਲਾ ਹਲਕਾ ਹੋ ਗਿਆ ਵੀ ਉਹ ਜਿਹੜਾ ਫਾਈਨ ਆ ਉਹ ਜਿਹੜੇ ਫੈਮਿਲੀ ਹੈਗੀ ਉਹ ਵੀ ਥੋੜਾ ਸੋਚ ਕੇ ਜਿਹੜੇ ਉੱਥੇ ਜ਼ਿਆਦਾ ਬੋਲਦੇ ਜਵਾਬ ਦਿੰਦੇ ਹੋਣਗੇ ਉਹ ਵੀ ਹੁਣ ਸੋਚ ਕੇ ਕਰਨਗੇ ਕਰਕੇ ਉਹਨਾਂ ਨੂੰ ਇੰਡੀਵਿਜੂਅਲ ਫਾਈਨਸ ਵੀ ਲੱਗ ਸਕਦੇ ਆ ਪਰ ਉਧਰੋਂ ਇਸ ਵਕਤ ਜਦੋਂ ਖੂਬ ਇੱਕਦਮ ਵੱਧ ਰਹੀ ਆ ਮੈਨੂੰ ਤਾਂ ਆਪ ਕੋਈ ਵੀ ਆਸ ਹੈ ਨਹੀਂ ਸੀ ਵੀ ਜਿਹੜਾ ਹੈਲਥ ਆਫਿਸਰ ਆ ਕਿਉਂਕਿ ਸਾਰੀ ਕੋਵਿਡ ਦੀ ਓਪਨਿੰਗ ਐਂਡ ਕਲੋਜ਼ਿੰਗ ਹੈਲਥ ਆਫਿਸਰ ਦੇ ਹੱਥ ਵਿੱਚ ਹੈਗੀ ਆ ਪੋਲੀਟੀਸ਼ੀਅਨ ਦੇ ਵਿੱਚ ਹੈ ਨਹੀਂ ਜੀ ਬਿਲਕੁਲ ਉਹ ਤਾਂ ਉਹ ਨਹੀਂ ਕਰਨੀ ਆ ਉਹ ਰੂਲਸ ਬਣਾਉਣੇ ਆ ਜੇ ਬਿਜ਼ਨਸ ਉਹ ਰੂਲਸ ਦੇ ਮੁਤਾਬਕ ਚੱਲ ਸਕਦੀ ਆ ਠੀਕ ਹੈ ਜੇ ਨਹੀਂ ਚੱਲ ਸਕਦੀ ਆ ਤਾਂ ਬਿਜ਼ਨਸ ਹੈਜ਼ ਟੂ ਡਿਸਾਈਡ ਬਿਜ਼ਨਸਿਸ ਨੇ ਉਦੋਂ ਜਦੋਂ ਵੀ ਬਹੁਤ ਹੀ ਫੈਲ ਰਹੀ ਸੀਗੀ ਨਾਈਟ ਕਲੱਬਸ ਬੰਦ ਕਰ ਦਿੱਤੇ ਸੀ ਪਹਿਲਾਂ ਤਾਂ ਰੈਸਟੋਰੈਂਟਸ ਹੋਲਸ ਬੰਦ ਸੀਗੇ ਹੁਣ ਰੂਲਸ ਬਣਾਏ ਗਏ ਆ ਜੇ ਤੁਸੀਂ ਉਹਨਾਂ ਰੂਲਸ ਵਿੱਚ ਆਪਣਾ ਕੰਮ ਕਰ ਸਕਦੇ then you work under that ਉਹ ਰੂਲਸ ਹੁਣ ਜਿਹੜੀ ਘਰਾਂ 'ਚ ਪਾਰਟੀਆਂ ਹੁੰਦੀਆਂ ਉਹਨਾਂ ਤੇ ਵੀ ਲਾਗੂ ਆ ਫਾਈਨਸ ਉੱਥੇ ਵੀ ਲਾਗੂ ਆ ਹੋਲਸ ਵਿੱਚ ਵੀ ਰੈਸਟੋਰੈਂਟ ਵਿੱਚ ਵੀ ਮੈਂ ਇੱਕ ਆਪਣੀ ਕਮਿਊਨਿਟੀ ਵਿੱਚ ਰੈਸਟੋਰੈਂਟ ਤੇ ਗਈ ਸੀਗੀ ਤੇ ਪਰਿਵਾਰ ਨੇ 2 ਟੇਬਲ ਬੁੱਕ ਕੀਤੇ ਸੀਗੇ ਉਹ ਜਦੋਂ ਇੱਕ ਟੇਬਲ ਤੋਂ ਦੂਸਰੇ ਤੇ ਜਾਣ ਲੱਗ ਪਏ ਤੇ ਉਹ
ਰੈਸਟੋਰੈਂਟ ਵਾਲੇ ਨੂੰ ਜਾ ਕੇ ਕਹਿਣਾ ਪਿਆ ਵੀ ਤੁਸੀਂ ਮੂਵ ਨਹੀਂ ਹੋ ਸਕਦੇ। ਉਹ ਕਹਿੰਦੇ ਅਸੀਂ ਬਰਥਡੇ ਕੇਕ ਇਕੱਠੇ ਹੋ ਕੇ ਕੱਟਣਾ, ਫੋਟੋਆਂ ਖਿਚਾਉਣੀਆਂ। ਉਹ ਕਹਿੰਦਾ ਉਹ ਤੁਸੀਂ ਬਾਹਰ ਖੜੇ ਹੋ ਕੇ ਖਿਚਾ ਲਿਓ ਜਾਂ ਘਰ ਜਾ ਕੇ ਖਿਚਾ ਲਿਓ, ਪਰ ਤੁਸੀਂ ਰੈਸਟੋਰੈਂਟ ਵਿੱਚ ਨਹੀਂ ਕਰ ਸਕਦੇ ਜੀ। ਫੈਮਿਲੀ ਨਾਰਾਜ਼ ਜ਼ਰੂਰ ਹੋਈ, ਮੈਂ ਦੇਖਿਆ, ਪਰ ਫਿਰ ਉਹ ਸਮਝ ਗਏ ਜੀ। ਸੋ ਕਰਕੇ ਹੈਲਥ ਪੈਂਡੈਮਿਕ ਹੈਗੀ ਆ, ਆਪਾਂ ਨੂੰ ਸਮਝਣਾ ਪੈਣਾ। ਦੇਖੋ ਬਹੁਤ ਸਾਰੀਆਂ ਬਿਜ਼ਨੈਸਿਸ ਹੈਗੀਆਂ ਜਿਹੜੀਆਂ ਲਾਈਫ ਸਪੋਰਟ ਸਿਸਟਮ 'ਤੇ ਆ ਜੀ, ਕਈ ਬੰਦ ਵੀ ਹੋ ਗਈਆਂ। ਹੁਣ ਸਰਕਾਰ ਸਪੋਰਟ ਕਰ ਰਹੀ ਆ ਜਿੱਥੇ ਉਹ ਕਰ ਸਕਦੇ ਆ। ਸਰਬ ਸਬਸਿਡੀ ਫੈਡਰਲ ਨੇ ਦਿੱਤੀ, ਸਾਡੇ ਵੀ ਇੱਥੋਂ ਕਾਫੀ ਕੁਛ ਕੀਤਾ ਗਿਆ ਆ। ਰੈਂਟ ਰਿਲੀਫ ਵੀ, ਫਿਰ ਐਮਪਲੋਈ ਬੈਨੀਫਿਟਸ ਜਿਹੜੇ ਐਮਪਲੋਈ ਆ, ਸੈਲਰੀ ਰਿਪਲੇਸਮੈਂਟ ਵੀ, ਅਤੇ ਬਹੁਤ ਕੁਛ ਕਰ ਰਹੀ ਆ। ਪਰ ਜੇ ਅਸੀਂ ਸੋਚੀਏ ਵੀ ਬੰਦ ਕਰਕੇ ਸਾਰਾ ਖਰਚਾ ਸਰਕਾਰ ਹੀ ਚੁੱਕ ਸਕਦੀ ਆ, ਉਹ ਨਹੀਂ ਕਰ ਸਕਦੀ। ਕਰਕੇ ਐਂਡ 'ਤੇ ਜਾ ਕੇ ਉਹ ਵੀ ਆਪਾਂ ਸਾਰਿਆਂ ਦੇ ਪੈਸੇ ਹੀ ਹੈਗੇ ਆ। ਪਰ ਇਹਨਾਂ ਦੇ ਨਾਲ ਪੂਰੀ ਹਮਦਰਦੀ ਹੈਗੀ ਆ, ਅਤੇ ਮੈਨੂੰ ਪੂਰੀ ਆਸ ਹੈਗੀ ਆ ਵੀ ਆਉਂਦੇ ਦਿਨਾਂ ਦੇ ਵਿੱਚ ਇਹ ਫਰੇਜ਼ਰ ਹੈਲਥ ਦੇ ਨਾਲ ਬੈਠ ਕੇ ਬਈ ਜਿਹੜੀ ਇਹਨਾਂ ਦੇ ਪ੍ਰੋਟੋਕੋਲਸ ਹੈਗੇ ਆ ਉਹ ਸੋਰਟ ਆਊਟ ਕਰ ਲੈਣਗੇ। ਪਰ ਮੈਂ ਇਹਨਾਂ ਨੂੰ ਬਲੇਮ ਨਹੀਂ ਕਰ ਰਹੀ ਵੀ ਕਈਆਂ ਦਾ ਮੈਨੂੰ ਫੋਨ ਆਏ ਵੀ ਕੀ ਕਰ ਰਹੇ ਆ। ਮੈਂ ਕਿਹਾ ਦੇਖੋ ਦੇ ਹਰਟਿੰਗ, ਉਹਨਾਂ ਦੀ ਬਿਜ਼ਨਸ 'ਤੇ ਬਹੁਤ ਵੱਡਾ ਇੰਪੈਕਟ ਪਿਆ ਆ। ਅਤੇ ਨਾਲੇ ਹੁਣ ਉਹਨਾਂ ਨੂੰ ਇਹ ਵੀ ਦੱਸਦਾ ਆ ਇਹ ਪੈਂਡੈਮਿਕ 3 ਮਹੀਨੇ ਦੀ ਨਹੀਂ, 6 ਮਹੀਨੇ ਦੀ ਨਹੀਂ, ਸਾਲ 2 ਸਾਲ ਦੀ ਵੀ ਹੋ ਸਕਦੀ ਆ। ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਐਕਨੋਮਿਕ ਸਰਵਾਈਵਲ ਐਟ ਰਿਸਕ ਹੈਗਾ ਆ। ਪਰ ਇਸ ਵਕਤ ਫਿਜ਼ੀਕਲ ਕਰਵ ਜਿਹੜੀ ਵੱਧ ਰਹੀ ਆ ਉਹਦਾ ਵੀ ਬਹੁਤ ਵੱਡਾ ਖਤਰਾ ਹੈਗਾ ਆ। ਸੋ ਜਿਹੜਾ ਹੈਲਥ ਆਫਿਸਰ ਆ ਉਹਨ ਐਕਨੋਮਿਕ ਨਹੀਂ ਸੋਚਣਾ, ਉਹਨ ਹੈਲਥ ਦਾ ਸੋਚਣਾ ਜੀ। ਅਸੀਂ ਉਹ ਹੈਲਥ ਦਾ ਸੋਚਦੀ ਆ, ਸਾਨੂੰ ਐਕਨੋਮਿਕ ਦਾ ਵੀ ਨਾਲ ਹੀ ਸੋਚਣਾ ਪੈਂਦਾ ਆ। ਪਰ ਅਸੀਂ ਜਦੋਂ ਐਕਨੋਮਿਕ ਦਾ ਸੋਚੀਦਾ, ਅਸੀਂ ਹੈਲਥ ਨੂੰ ਓਵਰਰੂਲ ਨਹੀਂ ਕਰ ਸਕਦੇ ਜੀ, ਨਾ ਹੀ ਕਰਨਾ ਚਾਹੁੰਦੇ ਹਾਂ। ਬਿਲਕੁਲ। ਅਤੇ ਨਾਲ ਹੁਣ ਅਨਾਊਂਸਮੈਂਟਸ ਵੀ BC ਸਰਕਾਰ ਦੇ ਵੱਲੋਂ ਹੋ ਰਹੀਆਂ ਹੈਗੀਆਂ। ਜੇ ਅਸੀਂ ਹੁਣ ਨਿਊ ਕੇਅਰ ਸੈਂਟਰ ਦੀ ਗੱਲ ਕਰੀਏ, ਨਿਊ ਕੇਅਰ ਸੈਂਟਰ ਚਿਲਡਰਨ ਦੇ ਲਈ, ਜਿਹੜੇ ਨੀਡੀ ਚਿਲਡਰਨ ਹੈਗੇ ਆ, ਉਹਦੀ ਵੀ ਅਨਾਊਂਸਮੈਂਟ ਹੋਈ ਹੈ ਵੈਨਕੂਵਰ ਦੇ ਵਿੱਚ। ਉਹ ਤਾਂ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ, ਕਰਕੇ ਮੈਂ ਟੀਚਰ ਰਹੀ ਹਾਂ ਕਈ ਸਾਲਾਂ ਲਈ। ਅਤੇ ਜਿਹੜੇ ਸਪੈਸ਼ਲ ਨੀਡਸ ਚਿਲਡਰਨ ਹੁੰਦੇ ਆ ਉਹਨਾਂ ਦੇ ਬਹੁਤ ਹੀ ਸਾਰੇ ਮੈਡੀਕਲ ਇਸ਼ੂਜ਼ ਹੁੰਦੇ ਆ, ਅਤੇ ਬਾਜੇ ਵੇਲੇ ਉਹਨਾਂ ਨੂੰ 5-6 ਜਗ੍ਹਾ ਜਾਣਾ ਪੈਂਦਾ। ਸੋ ਹੁਣ ਇਹ ਬਹੁਤ ਹੀ ਵੱਡਾ ਸੈਂਟਰ ਹੋਊਗਾ BC ਦੇ ਵਿੱਚ ਅਤੇ ਅਕਰੋਸ ਕੈਨੇਡਾ। ਮੈਂ ਕਹਿੰਦੀ ਹਾਂ ਵੀ ਜਿਹਦੇ ਵਿੱਚ ਅੱਗੇ ਹੋਰ ਸੈਂਟਰ ਹੈਗੇ ਆ, ਪਰ 1-2 ਚੀਜ਼ਾਂ ਹੀ ਦੇਖਦੇ ਆ। ਜਿੱਥੇ ਕੰਪਲੈਕਸਿਟੀ, ਉਹ ਜਿਹੜੇ ਕੰਪਲੈਕਸ ਕੇਸਿਸ ਆ, ਉੱਥੇ ਵਨ ਸਟਾਪ ਸਰਵਿਸ ਮਿਲ ਸਕਦੀ। ਇਹਦੇ ਲਈ ਇੱਕ ਤਾਂ ਪੇਰੈਂਟਸ ਲਈ, ਜਿਹੜੇ ਉਹਨਾਂ ਦੇ ਦੇਖਭਾਲ ਕਰਨ ਵਾਲੇ ਆ, ਉਹਨਾਂ ਲਈ ਸੌਖਾ ਹੋਊਗਾ। ਇੱਕ ਜਿਹੜਾ ਬੱਚਾ ਆ ਉਹਦੇ ਲਈ ਵੀ ਸੌਖਾ ਹੋਊਗਾ। ਦੇਖੋ ਕਈ ਸਪੈਸ਼ਲ ਨੀਡਸ ਬੱਚੇ ਵੀਲ ਚੇਅਰ ਵਿੱਚ ਆ, ਕਈ ਤਾਂ ਉਹਨਾਂ ਦੇ ਟਿਊਬਸ ਵੀ ਲੱਗੀਆਂ ਆ, ਉਹ ਬੇਸ਼ੱਕ ਦੀ ਘਰ ਰਹਿੰਦੇ ਆ, ਉਹਨਾਂ ਨੂੰ ਬਹੁਤ ਸਾਰੀਆਂ ਸਰਵਿਸਿਜ਼ ਦੀ ਲੋੜ ਹੁੰਦੀ ਆ। ਜੇ ਉਹਨਾਂ ਨੂੰ 3 ਜਗ੍ਹਾ ਜਾਣਾ ਪਵੇ, ਇੱਕ ਜਗ੍ਹਾ ਤੁਸੀਂ ਜਾ ਕੇ ਕਿਡਨੀਜ਼ ਦਾ ਕਰਾ ਕੇ ਆਵੋ, ਇੱਕ ਜਗ੍ਹਾ ਜਾ ਕੇ ਤੁਸੀਂ ਆਹ ਕਰਾ ਕੇ ਆਵੋ, ਉਹਦੇ ਨਾਲ ਬਹੁਤ ਅਸਰ ਪੈਂਦਾ ਆ। ਸੋ ਇੱਕ ਵਾਰੀ ਫਿਰ ਬਾਜੇ ਵੇਲੇ ਜੀ ਕਰਦਾ ਵੀ ਜਿੱਦਾਂ ਕੰਮ ਹੈ ਨਾ ਏਡਰੀਅਨ ਡਿਕਸ ਕਰ ਰਿਹਾ ਆ, ਜੇ ਪਹਿਲਾਂ 16 ਸਾਲਾਂ 'ਚ ਇਹ ਹੋ ਜਾਂਦਾ ਅਤੇ ਸਾਨੂੰ ਆਹ ਦਿਨ ਨਹੀਂ ਸੀ ਦੇਖਣੇ ਪੈਣੇ ਵੀ ਜਿੰਨੀ ਸ਼ੋਰਟੇਜਿਸ ਹੁਣ ਹੈਗੀ ਆ। ਪਰ ਆਹ ਸੈਂਟਰ ਜਦੋਂ ਖੁੱਲ੍ਹੇ ਦਾ ਪਤਾ ਲੱਗਾ, ਮੈਂ ਕਹੂੰਗੀ ਦਿਲੋਂ ਮੈਨੂੰ ਇੰਨੀ ਖੁਸ਼ੀ ਹੋਈ, ਕਰਕੇ ਉਹ ਸਾਰੇ ਮਾਂ ਪਿਓ ਜਿਨ੍ਹਾਂ ਦੇ ਬੱਚਿਆਂ ਨੂੰ ਮੈਂ ਪੜ੍ਹਾਇਆ ਆ, ਜਿਹੜੇ ਸੀਗੇ, ਮੈਂ ਸਪੈਸ਼ਲ ਨੀਡਸ ਦੇ ਬੱਚੇ ਨਹੀਂ ਕਹਿੰਦੇ ਹੁੰਦੇ, ਮੈਂ ਕਹਿੰਦੀ ਨਹੀਂ ਚਿਲਡਰਨ ਵਿਦ ਸਪੈਸ਼ਲ ਨੀਡਸ, ਕਰਕੇ ਸਭ ਤੋਂ ਪਹਿਲਾਂ ਉਹ ਬੱਚੇ ਆ ਜੀ। ਅਤੇ ਉਹਨਾਂ ਦੀ ਹੈਲਥ ਇਸ਼ੂਜ਼, ਉਹਨਾਂ ਦੇ ਸਪੈਸ਼ਲ ਨੀਡਸ ਹੈਗੇ ਆ। ਅਤੇ ਸੋ ਉਹਨਾਂ ਨੂੰ ਵਨ ਸਟਾਪ ਸ਼ੋਪਿੰਗ ਜਿੱਦਾਂ ਆਪਾਂ ਕਰੀਦੀ ਆ, ਇੱਕ ਜਗ੍ਹਾ ਜਾ ਕੇ ਉਹਨਾਂ ਨੂੰ ਹੈਲਥ ਸਰਵਿਸਿਜ਼ ਮਿਲਣਗੀਆਂ। ਸੋ ਇੱਕ ਵਾਰੀ ਫਿਰ ਇਹਦਾ ਧੰਨਵਾਦ ਜਾਂਦਾ ਆ ਮਿਨਿਸਟਰ ਏਡਰੀਅਨ ਡਿਕਸ ਨੂੰ। ਤੁਹਾਡਾ ਵੀ ਧੰਨਵਾਦ ਕਿ ਤੁਸੀਂ ਹਮੇਸ਼ਾ ਸਟੂਡੀਓ ਦੇ ਵਿੱਚ ਆਉਂਦੇ ਹੋ ਅਤੇ ਸਾਨੂੰ ਦੱਸਦੇ ਹੋ ਕਿ ਸਰਕਾਰ ਕੀ ਕੁਝ ਕਰ ਰਹੀ ਹੈ, ਅਤੇ ਲੋਕਾਂ ਨੂੰ ਵੀ, ਸਾਡੇ ਜਿਹੜੇ BC ਦੇ ਲੋਕ ਹੈ, ਖਾਸ ਕਰਕੇ ਸਰੀ ਦੇ ਲੋਕ ਹੈਗੇ, ਉਹਨਾਂ ਨੂੰ ਅਵੇਅਰ ਕਰਦੇ ਹੋ ਕਿ ਕੀ ਕੁਝ ਹੋ ਰਿਹਾ ਅਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈਗਾ। ਸੋ ਕੀ ਕਹਿਣਾ ਚਾਹੁੰਦੇ ਆ, ਕੀ ਮੈਸੇਜ ਹੈ ਤੁਹਾਡਾ? ਮੈਨੂੰ ਪਤਾ ਅੱਜ ਕੱਲ੍ਹ ਪੇਰੈਂਟਸ ਦੇ ਉੱਪਰ ਬਹੁਤ ਪ੍ਰੈਸ਼ਰ ਹੈਗਾ, ਟੀਚਰਸ, ਸਪੋਰਟ ਸਟਾਫ ਵਰਕਰਸ, QP ਬ੍ਰਦਰਸ ਐਂਡ ਸਿਸਟਰਸ, ਸਾਰਿਆਂ 'ਤੇ ਹੈਗਾ ਆ ਵੀ ਸਕੂਲ ਖੁੱਲ੍ਹ ਜਾਣਗੇ, ਵੀ ਨੰਬਰ ਅੱਗੇ ਹੀ ਵੱਧ ਰਹੇ ਆ ਜੀ। ਪਰ ਮੈਨੂੰ ਪੂਰਾ ਭਰੋਸਾ ਹੈਗਾ ਆ ਵੀ ਜਿਹੜਾ ਕੋਲੈਬੋਰੇਸ਼ਨ ਹੋ ਰਿਹਾ ਆ, ਜਿਹੜੀਆਂ ਮੀਟਿੰਗਸ ਹੋ ਰਹੀਆਂ, ਵੀ ਜਿੱਥੇ ਵੀ ਟੇਬਲ ਹੈਗਾ ਆ ਉੱਥੇ ਸਾਰੇ ਗਰੁੱਪਸ ਬੈਠੇ ਆ, ਕਿਸੇ ਕੋ ਮੈਜਿਕ ਗੋਲੀ ਹੈ ਨਹੀਂ, ਮਿੱਠੀ ਗੋਲੀ ਹੈ ਨਹੀਂ ਵੀ ਆ ਇਹਦਾ ਹੱਲ ਆ। ਅਤੇ ਜੇ ਸਕੂਲ ਖੁੱਲ੍ਹਣਗੇ, ਪ੍ਰੀਮੀਅਰ ਹੋਗਨ ਨੇ ਕਿਹਾ ਆ ਦੇ ਵਿਲ ਓਪਨ ਟੂ ਇਨਸ਼ੋਰ ਬੱਚਿਆਂ ਦੀ ਸੇਫਟੀ ਅਤੇ ਸਟਾਫ ਦੀ ਵੀ ਸੇਫਟੀ, ਦੋਨੋਂ ਹੀ ਬਰਾਬਰ ਆ। ਜੇ ਸਟਾਫ ਬਿਮਾਰ ਹੋ ਗਿਆ ਫਿਰ ਤਾਂ ਸਕੂਲਾਂ ਦਾ ਉੱਦਾਂ ਹੀ ਫਿਰ ਬੁਰਾ ਹਾਲ ਹੋ ਜਾਣਾ ਆ। ਸੋ ਇਸ ਕਰਕੇ ਹਾਲੇ ਕੁਛ ਫਾਈਨਲਾਈਜ਼ ਨਹੀਂ ਹੋਇਆ ਜੀ।
ਇਟਸ ਅ ਵਰਕ ਇਨ ਪ੍ਰੋਗਰੈਸ। ਜਿੱਦਾਂ ਡਾਕਟਰ ਬੌਨੀ ਹੈਨਰੀ ਕਹਿੰਦੀ ਹੁੰਦੀ ਆ, ਦਿਸ ਇਜ਼ ਫॉर ਨਾਓ, ਦਿਸ ਇਜ਼ ਫॉर ਟੁਡੇ। ਆਪਾਂ ਨੂੰ ਨਹੀਂ ਪਤਾ ਵੀ ਕੱਲ ਨੂੰ ਹਲੇ ਕੀ ਲੈ ਕੇ ਆਉਣਾ ਆ। ਮੈਂ ਇੰਨੇ ਸਾਲਾਂ ਲਈ ਸੈਕੰਡਰੀ ਸਕੂਲ ਵਿੱਚ ਪੜ੍ਹਾਇਆ ਜੀ। ਬੇਸ਼ੱਕ ਦੀ ਡੇਟ ਪੱਕੀ ਹੁੰਦੀ ਸੀਗੀ, ਕਈ ਬੱਚੇ ਸੀਗੇ ਜਿਹੜੇ ਸਕੂਲ ਨੂੰ ਬਾਜੇ ਵੇਲੇ ਪਹਿਲੇ 2-3 ਹਫ਼ਤੇ ਨਹੀਂ ਸੀ ਆਉਂਦੇ ਹੁੰਦੇ, ਕਰਕੇ ਉਹਨਾਂ ਦਾ ਟਾਈਮ ਟੇਬਲ ਨਹੀਂ ਸੀ ਸੈੱਟ ਹੁੰਦਾ। ਬਾਜੇ ਵੇਲੇ ਹਾਈ ਸਕੂਲ ਦੇ ਵਿੱਚ ਸਾਨੂੰ ਸਾਰਾ ਟਾਈਮ ਟੇਬਲ ਰੀਬਿਲਡ ਕਰਨਾ ਪੈਂਦਾ ਸੀਗਾ, ਕਰਕੇ ਜਾਂ ਜ਼ਿਆਦਾ ਬੱਚੇ ਆ ਜਾਂਦੇ ਹੁੰਦੇ ਸੀ ਜਾਂ ਪ੍ਰੋਗਰਾਮ ਬਦਲ ਜਾਂਦੀ ਹੁੰਦੀ ਸੀਗੀ। ਇਸ ਕਰਕੇ ਸ਼ੁਰੂ ਤੋਂ ਹੀ ਆ ਵੀ ਪਹਿਲੇ ਦਿਨ ਤਾਂ ਬੱਚਾ ਘੰਟੇ ਕੁ ਲਈ ਮੱਸੀ ਸਕੂਲ ਨੂੰ ਜਾਂਦਾ ਹੁੰਦਾ ਹੈ, ਪਰ ਫਿਰ ਵੀ ਐਤਕੀ ਸਟੈਗਰਡ ਐਂਟਰੀ ਹੋਊਗੀ ਵੀ ਇਟਸ ਨਾਟ ਗੋਇੰਗ ਟੂ ਹੈਪਨ ਆਲ ਦ ਡੇ ਆਫਟਰ ਲੇਬਰ ਡੇ। ਉਹ ਤਾਂ ਮਿਨਿਸਟਰ ਨੇ ਵੀ ਕਲੀਅਰ ਕਰ ਦਿੱਤਾ ਹੈ। ਪਰ ਸਰੀ ਦੇ ਵਿੱਚ ਜਿਹੜਾ ਕੋਲੈਬੋਰੇਸ਼ਨ ਹੋ ਰਿਹਾ ਆ, ਉਹ ਤਾਂ BCTF ਦੇ ਪ੍ਰੈਜ਼ੀਡੈਂਟ ਨੇ ਵੀ ਤੇ ਬਾਕੀਆਂ ਨੇ ਵੀ ਕਿਹਾ ਵੀ ਇੱਥੇ ਬਹੁਤ ਵਧੀਆ ਬੈਠ ਕੇ ਰਲ ਮਿਲ ਕੇ, ਪਰ ਇਹ ਨਹੀਂ ਵੀ ਸਾਰੇ ਖੁਸ਼ ਆ। ਕੰਸਰਨਸ ਹਾਲੇ ਵੀ ਬਹੁਤ ਆ, ਉਹਨਾਂ ਨੇ ਬਹੁਤ ਕੁਝ ਪਲਾਨਿੰਗ ਕਰ ਲਈ ਆ, ਹਾਲੇ ਬਹੁਤ ਪਲਾਨਿੰਗ ਕਰਨ ਵਾਲੀ ਆ। ਉਹ ਕੰਮ ਆਪਣਾ ਕਰਦੇ ਆ ਤੇ ਵੀ ਪੇਰੈਂਟਸ ਨੇ ਦੇਖੋ, ਜਿਹੜਾ ਪੇਰੈਂਟਸ ਦੇ ਮਨ ਵਿੱਚ ਡਰ ਆ, ਉਹ ਤਾਂ ਜਦੋਂ ਪੇਰੈਂਟਸ ਕੰਫਰਟੇਬਲ ਹੋਣਗੇ ਉਦੋਂ ਹੀ ਬੱਚਿਆਂ ਨੂੰ ਸਕੂਲ ਭੇਜੋ। ਮੈਂ ਆਪਣੀ ਦੋਤੀ ਜਿਹੜੀ ਸਕੂਲ ਡੇ ਕੇਅਰ 'ਚ ਹੁਣ ਚੱਲ ਗਈ ਆ, ਡੇ ਕੇਅਰ ਉਹਦੀ ਜੂਨ 'ਚ ਖੁੱਲ੍ਹ ਗਈ ਸੀ, ਐਂਡ ਆਫ ਜੂਨ ਦੇ ਵਿੱਚ, ਪਰ ਉਹਨੂੰ ਹੁਣ ਗਈ ਨੂੰ ਵਾਪਸ 2 ਹਫ਼ਤੇ ਹੋਏ ਆ ਜੀ। ਹੁਣ ਸਮਝ ਲਓ ਐਂਡ ਆਫ ਅਗਸਤ ਹੋ ਗਿਆ, ਕਰਕੇ ਪਹਿਲਾਂ ਮੇਰੀ ਗ੍ਰੈਂਡ ਡੌਟਰ ਕੰਫਰਟੇਬਲ ਨਹੀਂ ਸੀਗੀ ਉਹਨੂੰ ਡੇ ਕੇਅਰ ਦੇ ਵਿੱਚ ਪਾਉਣ ਨੂੰ। ਜਦੋਂ ਉਹਦਾ ਕੰਫਰਟ ਆ ਗਿਆ, ਹੁਣ ਗ੍ਰੈਂਡ ਡੌਟਰਸ ਹੈਪੀ ਤੇ ਮੇਰੀ ਪੜਦੋਤੀ ਸਾਰਿਆਂ ਨਾਲੋਂ ਜ਼ਿਆਦਾ ਖੁਸ਼ ਹੈਗੀ ਆ। ਤੇ ਸਮਾਂ ਤੇ ਸਾਨੂੰ ਅਕਲ ਦਿੰਦੀ ਆ ਵੀ ਮਾਸਕ ਪਾ ਕੇ ਰੱਖੋ। ਬਿਲਕੁਲ, ਥੈਂਕ ਯੂ ਸੋ ਮਚ ਵਨਸ ਅਗੇਨ ਜਿਨੀ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਹੈਗੀ ਉਹ ਵੀ ਸਾਡੇ ਮੈਸੇਜ ਨੂੰ ਸੁਣੇ ਤੇ ਇਸ ਤਰ੍ਹਾਂ ਹੀ ਜਿਹੜੀਆਂ ਗਾਈਡਲਾਈਨਸ ਨੇ ਫੋਲੋ ਕਰਦੀ ਰਹੇ। ਵਨਸ ਅਗੇਨ ਥੈਂਕ ਯੂ। ਥੈਂਕ ਯੂ ਜੀ। ਬਿਲਕੁਲ, ਜਿਨੀ ਸਿਮਸ, ਐਮਐਲਏ ਜਿਨੀ ਸਿਮਸ ਦੇ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਦੱਸਿਆ ਕਿ BC ਸਰਕਾਰ ਕੀ ਕੁਝ ਕਰ ਰਹੀ ਹੈ। ਮਾਸਕ ਮੈਂਡੇਟਰੀ ਹੋ ਗਿਆ ਟਰਾਂਸਲਿੰਕ ਦੇ ਵਿੱਚ, BC ਫੇਰੀਜ਼ ਦੇ ਵਿੱਚ, ਤੇ ਜਦੋਂ ਤੁਸੀਂ ਵੀ ਬਾਹਰ ਜਾਓ, ਗਰੋਸਰੀਜ਼ ਦੇ ਵਾਸਤੇ ਜਾਓ, ਮਾਸਕ ਜ਼ਰੂਰ ਪਾ ਕੇ ਜਾਓ ਤੇ ਨਾਲ ਗਾਈਡਲਾਈਨਸ ਹੈ ਜਿਹੜੀਆਂ ਉਹਨਾਂ ਨੂੰ ਫੋਲੋ ਕਰਦੇ ਰਹੋ। ਸਕੂਲਾਂ ਦੇ ਬਾਰੇ ਜਿਵੇਂ ਜਿਨੀ ਨੇ ਦੱਸਿਆ ਹੈਗਾ ਕਿ ਸ਼ਿਓਰ ਨਹੀਂ ਹੈ ਕਿ ਕਿਸ ਤਰ੍ਹਾਂ ਦੇ ਅਪਡੇਟਸ ਜਿਹੜੀਆਂ ਅੱਗੇ ਆਉਣਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਿਊਜ਼ ਆ ਸਕਦੀਆਂ ਨੇ। ਤੇ ਜਿਵੇਂ ਡਾਕਟਰ ਬੋਨੀ ਹੈਨਰੀ ਨੇ ਵੀ ਕਿਹਾ ਕਿ ਹਰ ਇੱਕ ਸਕੂਲ ਦਾ ਜੋ ਰੂਲਸ ਹੈਗੇ ਆ, ਰੈਗੂਲੇਸ਼ਨਸ ਹੈਗੇ ਨੇ ਕੋਵਿਡ ਨੂੰ ਲੈ ਕੇ, ਉਹ ਅਲੱਗ-ਅਲੱਗ ਹੋਣਗੇ। ਸੋ ਸਕੂਲ ਤੇ ਡਿਪੈਂਡ ਕਰਦਾ ਹੈ, ਤੁਹਾਡੇ ਬੱਚਿਆਂ ਨੂੰ ਹਰ ਸਮੇਂ ਅਪਡੇਟ ਕਰਦੇ ਰਹਿਣਗੇ ਸਕੂਲ ਵਾਲੇ ਕਿ ਕੀ ਕੁਝ ਹੋਣਾ ਹੈ। 10 ਸਤੰਬਰ ਤੋਂ ਤੁਹਾਡੇ ਬੱਚੇ ਨੇ ਸਕੂਲ ਜਾਣਾ ਹੈ, ਕਿਸ ਤਰ੍ਹਾਂ ਦੇ ਨਾਲ ਸਕੈਜੂਲ ਹੋਏਗਾ, ਕਿਸ ਤਰ੍ਹਾਂ ਦੇ ਨਾਲ ਪਲਾਨ ਹੋਏਗਾ। ਸੋ ਕੀਪ ਫੋਲੋਇੰਗ ਆਪਣੇ ਜਿਵੇਂ ਵੀ ਜਿਹੜੇ ਤੁਹਾਡੇ ਬੱਚਿਆਂ ਦੇ ਸਕੂਲ ਹੈਗੇ ਉਹਨਾਂ ਨੂੰ ਫੋਲੋ ਕਰਦੇ ਰਹੋ, ਉਹਨਾਂ ਦੀਆਂ ਇੰਸਟਰਕਸ਼ਨਸ ਨੂੰ ਦੇਖਦੇ ਰਹੋ ਤੇ ਨਾਲ ਆਪਣੇ ਆਲੇ ਦੁਆਲੇ ਦਾ ਵੀ ਧਿਆਨ ਰੱਖੋ ਤੇ ਦੇਖਦੇ ਰਹੋ ਸਾਂਝਾ TV। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।